ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਉਪਦੇਸ਼ਿਆ ਨਰਕ ਨਾਹੀ ਸਾਧ ਸੰਗ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਉਪਦੇਸ਼ਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰੈ ਤੇ ਨਾਹੀ ਜਾ ਕੈ ਮਨ ਤਨ ਨਾਮ ਬਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਵੇਖ ਮਾਇਆ ਮਹਿ ਨਾ ਓਏ ਖਪਤੇ ਨਨਾਕਾਰ ਨਾ ਹੋਤਾ ਤਾ ਕੋ ਨਾਮ ਮੰਤਰ ਗੁਰ ਦੀਨੋ ਜਾ ਕਹੋ ਨਿਦ ਨਿਧਾਨ ਹਰ ਅੰਮ੍ਰਿਤ ਪੂਰੇ ਤਾਹ ਬਾਜੇ ਨਾਨਕ ਅਨਹਦ ਤੂਰੇ ਨਿਦ ਨਿਧਾਨ ਹਰ ਅੰਮ੍ਰਿਤ ਪੂਰੇ ਤਾਹ ਬਾਜੇ ਨਾਨਕ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਦੇ ਵਿੱਚੋਂ ਆਪ ਜੀ ਨੇ ਇਸ ਬਾਣੀ ਦੀ 36 ਨੰਬਰ ਪੌੜੀ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਜਿਸ ਵੇਲੇ ਅਸੀਂ ਕਬੀਰ ਸਾਹਿਬ ਜੀ ਦਾ ਇਹ ਸ਼ਲੋਕ ਪੜ੍ਹਦੇ ਹਾਂ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਸਵਰਗ ਦੇ ਲਾਲਚ ਅਤੇ ਨਰਕ ਦੇ ਡਰ ਵਿੱਚ ਸਦੀਆਂ ਤੋਂ ਧਾਰਮਿਕ ਸਵਾਰਥੀ ਪੁਜਾਰੀ ਸ਼੍ਰੇਣੀ ਨੇ ਧਰਮ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਲੋਕਾਂ ਦੇ ਮਨ ਅੰਦਰ ਲਾਲਚ ਤੇ ਡਰ ਪੈਦਾ ਕੀਤਾ ਹੈ ਔਰ ਇਸ ਮਾਇਆ ਜਾਲ ਵਿੱਚ ਫਸਾ ਕੇ ਉਸਨੇ ਅਣਗਿਣਤ ਜ਼ਿੰਦਗੀਆਂ ਇਸ ਭਰਮ ਦੀ ਭੇਟ ਚਾੜ ਦਿੱਤੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਜਿਸ ਵੇਲੇ ਕਬੀਰ ਸਾਹਿਬ ਇਹ ਬਚਨ ਕਹਿੰਦੇ ਹਨ ਤਾਂ ਇਹ ਬਚਨ ਉਹਨਾਂ ਦੇ ਬਹੁਤ ਹੀ ਡੂੰਘੇ ਤਜਰਬੇ ਵਿੱਚੋਂ ਉਪਜਿਆ ਹੈ, ਕਿਉਂਕਿ ਉਹ ਮਹਾਨ ਭਗਤ ਸਾਹਿਬਾਨ ਕਾਂਸ਼ੀ ਦੇ ਵਿੱਚ ਨਿਵਾਸ ਰੱਖਣ ਵਾਲੇ ਸਨ ਔਰ ਉੱਥੇ ਇਹ ਗੱਲਾਂ ਰੋਜ਼ ਹੀ ਉਹਨਾਂ ਨੂੰ ਵੇਖਣ, ਸੁਣਨ, ਨਿਰਖਣ ਤੇ ਪਰਖਣ ਵਾਸਤੇ ਮਿਲਦੀਆਂ ਸਨ। ਕਿਉਂ ਰੱਦ ਕੀਤਾ ਹੈ? ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਜੇ ਇਹਨਾਂ ਦੇ ਬਦਲ ਦੀ ਗੱਲ ਕਰੀਏ ਤੇ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਇਹ ਵੀ ਕਿਹਾ ਹੈ, ਕਉ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੇ ਆਹੇ। ਕਿਉਂਕਿ ਉਹਨਾਂ ਨੇ ਨਿਰਣਾ ਕੀਤਾ ਨਾ ਜਾਣਾ ਬੈਕੁੰਠ ਕਹਾਹੀ ਜਾਨ ਜਾਨ ਸਭ ਕਹੈ ਤਹਾਹੀ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ। ਫਿਰ ਆਖਿਆ ਕਉ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ। ਆਖਦੇ ਨੇ ਪੁਜਾਰੀ ਜਿਸ ਵੈਕੁੰਠ ਤੇ ਸਵਰਗ ਦੀ ਗੱਲ ਸੁਣਾਉਂਦਾ ਹੈ, ਪਤਾ ਨਹੀਂ ਉਹ ਕੌਣ ਹੈ, ਕਿੱਥੇ ਹੈ, ਕਿਵੇਂ ਦਾ ਹੈ। ਫਿਰ ਜਿਹੋ ਜਿਹੀ ਮਨੁੱਖ ਦੀ ਮਾਨਸਿਕ ਬਿਰਤੀ ਇੱਥੇ ਹੈ,
ਉਹ ਸਵਰਗ ਦੀ ਕਲਪਨਾ ਵੀ ਉਹੋ ਜਿਹੀ ਹੀ ਕਰਦਾ ਹੈ। ਜਿਹੜਾ ਇੱਥੇ ਧਾਰਮਿਕ ਹੈ ਉਹਦੀ ਬਿਰਤੀ ਦੇ ਅੰਦਰ ਜੋ ਸਵਰਗ ਦੀ ਕਲਪਨਾ ਹੁੰਦੀ ਏ, ਉਹ ਸੋਚਦਾ ਹੈ ਉੱਥੇ ਵੀ ਸਤ ਸੰਗ ਦਾ ਮਾਹੌਲ ਹੋਏਗਾ। ਲਾਲਚੀ ਵਾਸਤੇ ਉੱਥੇ ਵੀ 36 ਪ੍ਰਕਾਰ ਦੇ ਪਕਵਾਨਾਂ ਦਾ ਜਮ ਘਟਾ ਹੈ। ਇੱਥੇ ਐਸ਼ ਪ੍ਰਸਤੀਆਂ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਉੱਥੇ ਵੀ ਅਪਸਰਾਵਾਂ ਤੇ ਅੰਗੂਰਾਂ ਦੀ ਸ਼ਰਾਬ ਭਾਲਦਾ ਹੈ। ਕਹਿਣ ਤੋਂ ਭਾਵ ਕਲਪਨਾ ਮਨੁੱਖ ਆਪਣੀ ਬਿਰਤੀ ਦੇ ਹਿਸਾਬ ਨਾਲ ਹੀ ਕਰਦਾ ਹੈ। ਤੋ ਜਿਹੋ ਜਿਹੀ ਉਹ ਕਲਪਨਾ ਕਰ ਰਿਹਾ ਹੈ, ਉਹਦੀ ਦ੍ਰਿਸ਼ਟੀ ਦੇ ਵਿੱਚ, ਉਹਦੀ ਸੋਚ ਵਿੱਚ ਵੈਸਾ ਹੀ ਅੱਗੇ ਸਾਰਾ ਕੁਝ ਹੈ। ਤੋ ਜਿਸ ਤਰ੍ਹਾਂ ਸਵਰਗ ਦੀ ਆਪਣੇ ਆਪਣੇ ਹਿਸਾਬ ਨਾਲ ਮਨੁੱਖ ਨੇ ਕਲਪਨਾ ਕੀਤੀ ਹੈ, ਉਸੇ ਤਰ੍ਹਾਂ ਨਰਕ ਦੀਆਂ ਗੱਲਾਂ ਵੀ ਪੁਜਾਰੀ ਦੇ ਕਹੇ ਮੁਤਾਬਕ ਇਸੇ ਢੰਗ ਦੇ ਨਾਲ ਬਿਆਨ ਕੀਤੀਆਂ ਹਨ। ਬੜਾ ਭਿਅੰਕਰ, ਬੜਾ ਖੂਨੀ ਮੰਜ਼ਰ, ਜਿੱਥੇ ਦੁੱਖ ਹੈ, ਤਕਲੀਫ ਹੈ, ਤਸੀਹੇ ਹਨ, ਵਿਪਦਾਵਾਂ ਹਨ, ਰੋਗ ਹਨ, ਔਰ ਜਿੱਥੇ ਜਿਵੇਂ ਮੁਜਰਮ ਨੂੰ, ਬਹੁਤ ਹੀ ਮੰਦੇ ਕਰਮ ਕਰਨ ਵਾਲੇ ਮੁਜਰਮ ਨੂੰ ਜੋ ਭਿਅੰਕਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਇਸ ਦਾ ਕੁਝ ਜ਼ਿਕਰ ਹੈ। ਕੁੱਲ ਮਿਲਾ ਕੇ ਇਸ ਵਿਚਾਰਧਾਰਾ ਨੇ ਸੰਸਾਰ ਦੇ ਹਰ ਇੱਕ ਮਤ ਨਾਲ ਸੰਬੰਧ ਰੱਖਣ ਵਾਲੇ ਵੱਡੀ ਗਿਣਤੀ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ। ਆਪਾਂ ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਲਈ ਇਕੱਤਰ ਹੋਏ ਹਾਂ, ਤਾਂ ਸਾਡੇ ਲਈ ਇਹ ਜਾਣਨਾ ਬੜਾ ਲਾਹੇਵੰਦ ਹੈ ਕਿ ਜਿੱਥੇ ਕਬੀਰ ਸਾਹਿਬ ਜੀ ਨੇ ਬਚਨ ਕਹੇ ਕਿ ਸੰਤਨ ਦੋ ਰਾਦੇ, ਵੀ ਰੱਬ ਦੇ ਪਿਆਰੇ ਦੋਵਾਂ ਨੂੰ ਰਿਜੈਕਟ ਕਰਦੇ ਹਨ, ਇਸ ਫਿਲਾਸਫੀ ਦੇ ਨਾਲ ਜਾਂ ਜਿਸ ਢੰਗ ਦੇ ਨਾਲ ਇਹ ਧਰਮ ਦੇ ਨਾਮ, ਰੱਬ ਦੇ ਨਾਮ ਉੱਤੇ ਪ੍ਰਚਾਰ ਹੋ ਰਿਹਾ ਹੈ, ਇਸ ਨਾਲ ਸਹਿਮਤ ਨਹੀਂ ਹਨ। ਤਾਂ ਉਹਨਾਂ ਨੇ ਆਪਣਾ ਵਿਚਾਰ ਵੀ ਦੇ ਦਿੱਤਾ ਵੀ ਬੈਕੁੰਠ ਸਾਡੀ ਨਜ਼ਰ ਵਿੱਚ ਕਿਹੜਾ ਹੈ। ਕਹੋ ਕਬੀਰ ਕਹੀਏ ਕਾਏ, ਸਾਧ ਸੰਗਤ ਬੈਕੁੰਠਿਆ ਹੈ। ਕੁਝ ਸ਼ਬਦ ਸਤਿਗੁਰੂ ਦੀ ਬਾਣੀ ਵਿੱਚ ਐਸੇ ਆਉਂਦੇ ਨੇ ਜਿਨ੍ਹਾਂ ਦੀ ਅਸੀਂ ਕਲਪਨਾ ਆਪਣੇ ਢੰਗ ਨਾਲ ਕਰ ਲੈਂਦੇ ਹਾਂ, ਪਰ ਉਹ ਗੱਲ ਪਾਤਸ਼ਾਹ ਨੇ ਬਾਣੀ ਵਿੱਚ ਹੀ ਆਪਣੇ ਹਿਸਾਬ ਨਾਲ ਕਲੀਅਰ, ਸਪਸ਼ਟ ਕਰ ਦਿੱਤੀ ਹੁੰਦੀ ਹੈ। ਜਿਵੇਂ ਅਸੀਂ ਸੱਚਖੰਡ ਦੀ ਜੋ ਕਲਪਨਾ ਕਰਦੇ ਹਾਂ ਕਿ ਮਰਨ ਤੋਂ ਬਾਅਦ ਇੱਕ ਐਸੀ ਥਾਂ ਜਿੱਥੇ ਭਗਵਾਨ ਜੀ ਬੈਠੇ ਹੋਏ ਨੇ, ਰੱਬ ਜੀ ਬੈਠੇ ਹੋਏ ਨੇ, ਉਹ ਸੱਚਖੰਡ ਹੈ। ਔਰ ਇਸ ਵਾਸਤੇ ਅਸੀਂ ਬਾਣੀ ਦੀ ਪੰਕਤੀ ਕੋਡ ਕਰਦੇ ਹਾਂ, ਸੱਚਖੰਡ ਵਸੈ ਨਿਰੰਕਾਰ। ਪਰ ਇੱਥੇ ਜੋ ਬਾਣੀ ਦੀ ਪੰਕਤੀ ਗੁਰੂ ਨਾਨਕ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਉਹ 4 ਖੰਡਾਂ ਦੀ ਗੱਲ ਕਰਨ ਤੋਂ ਬਾਅਦ ਫਿਰ 5ਵੇਂ ਖੰਡ ਸੱਚਖੰਡ ਦੀ ਗੱਲ ਹੈ। ਇਹਦਾ ਭਾਵ ਹੈ ਜੋ ਪਹਿਲੀਆਂ ਗੱਲਾਂ ਨੇ, ਪਹਿਲੀਆਂ 4 ਅਵਸਥਾਵਾਂ ਨੇ, ਜਿਸ ਵਿੱਚ ਧਰਮ ਖੰਡ ਦੀ ਗੱਲ ਆਏਗੀ, ਗਿਆਨ ਖੰਡ ਦੀ ਗੱਲ ਆਏਗੀ, ਸ਼ਰਮ ਖੰਡ ਦੀ ਗੱਲ ਆਏਗੀ, ਕਰਮ ਖੰਡ ਦੀ ਗੱਲ ਆਏਗੀ, ਫਿਰ ਜਪਜੀ ਦੇ ਅੰਦਰ ਅੱਗੇ ਜਾ ਕੇ ਸੱਚਖੰਡ ਦੀ ਗੱਲ ਆਏਗੀ। ਤਾਂ ਇਹ ਸਮਝਣ ਵਿੱਚ ਸਾਨੂੰ ਭੁਲੇਖਾ ਨਹੀਂ ਪੈਣਾ ਚਾਹੀਦਾ ਕਿ ਇਹ 5 ਹੀ ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ ਨੇ। ਇੱਕ ਗਿਆਨ ਦਾ ਪੱਧਰ ਹੈ, ਧਰਮ ਦਾ ਪੱਧਰ ਹੈ, ਮਿਹਨਤ ਮਸ਼ੱਕਤ ਦਾ ਪੱਧਰ ਹੈ, ਕਰਮ ਬਖਸ਼ਿਸ਼ ਦਾ ਪੱਧਰ ਹੈ, ਔਰ ਫਿਰ ਸੱਚ ਵਿੱਚ ਨਿਵਾਸ ਹੁੰਦਾ। ਯਾਨੀ ਕਿ ਇਹ ਪੜਾਅ ਤੈਅ ਕਰਦਿਆਂ ਹੀ ਮਨੁੱਖ ਦੀ ਸੁਰਤ ਨੇ ਉਸ ਅਕਾਲ ਪੁਰਖ ਸੱਚ ਵਿੱਚ ਟਿਕ ਜਾਣਾ ਹੈ। ਸਤਿਗੁਰੂ ਤੇ ਪੜਾਅਵਾਰ ਸਾਨੂੰ ਉਸ ਅਕਾਲ ਪੁਰਖ ਨਾਲ ਮਿਲਣ ਦੀ ਜੁਗਤ ਸਮਝਾ ਰਹੇ ਨੇ। ਪਰ ਤੁਸੀਂ ਅੰਦਾਜ਼ਾ ਲਾਓ ਵੀ ਇਹ 5 ਖੰਡਾਂ ਦੀ ਗੱਲ, ਹੁਣ ਜੇ ਅਸੀਂ ਕੇਵਲ ਇੱਕ ਖੰਡ ਦੀ ਕਲਪਨਾ ਮਰਨ ਤੋਂ ਬਾਅਦ ਕਰ ਲਈ ਜਾਂ ਅਗਲੇ ਜਹਾਨ ਵਿੱਚ ਕਰ ਲਈ, ਬਾਕੀ 4 ਖੰਡਾਂ ਦੀ ਕਲਪਨਾ ਕਿਉਂ ਨਾ ਕੀਤੀ? ਵੀ ਫਿਰ ਕਰਮ ਖੰਡ ਕਿੱਥੇ ਹੋਏਗਾ, ਗਿਆਨ ਖੰਡ ਕਿੱਥੇ ਹੋਏਗਾ, ਧਰਮ ਖੰਡ ਕਿਹੜੀ ਦੁਨੀਆ ਦਾ ਨਾਮ ਹੈ, ਸ਼ਰਮ ਖੰਡ ਕਿਹੜੀ ਦੁਨੀਆ ਦਾ ਨਾਮ ਹੈ? ਜੇ ਅਸੀਂ ਇੱਕ ਡਿਸਾਈਡ ਕਰ ਲਿਆ, ਫਿਰ ਬਾਕੀ ਵੀ 4 ਕਰਨੇ ਹੀ ਪੈਣਗੇ। ਪਰ ਉੱਥੇ ਬਾਣੀ ਦੀਆਂ ਉਹ ਸਾਰੀਆਂ ਪੌੜੀਆਂ ਪੜ੍ਹਦਿਆਂ ਗੱਲ ਸਤਿਗੁਰੂ ਜੀ ਬੜੀ ਸਪਸ਼ਟ ਕਰ ਦਿੰਦੇ ਹਨ। ਔਰ ਨਿਰੰਕਾਰ ਦਾ ਵਾਸ ਉਸ ਸੱਚ ਵਿੱਚ ਹੈ, ਕਿਉਂਕਿ ਉਹ ਆਪ ਸੱਚ ਰੂਪ ਹੈ। ਤੇ ਜਿਹੜਾ ਵੀ ਜੀਵ ਉਸ ਆਤਮਿਕ ਅਵਸਥਾ ਵਿੱਚ ਜਾ ਟਿਕਦਾ ਹੈ, ਉਹ ਕਰਤੇ ਦੇ ਨਾਲ ਇੱਕ ਸੁਰ ਹੋ ਜਾਂਦਾ ਹੈ। ਇਹ ਗੱਲ ਤਾਂ ਸਾਡੇ ਜੀਵਤ ਜੀਵ ਵਾਪਰਦੀ ਹੈ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜਦੋਂ ਇਸ ਤਰ੍ਹਾਂ ਬਾਣੀ ਦੀ ਕਥਨਾਂ ਦੀ ਵਿਆਖਿਆ ਕਰਦੇ ਹਨ, ਇਸ ਅੰਦਾਜ਼ੇ ਦੇ ਵਿੱਚ ਮੁਆਫ ਕਰਨਾ, ਲਫ਼ਜ਼ ਜਦੋਂ ਅਸੀਂ ਚੁਣ ਲੈਂਦੇ ਹਾਂ ਕਿਸੇ ਚੀਜ਼ ਵਾਸਤੇ, ਫਿਰ ਸਾਡੀ ਸੁਰਤ ਵਿੱਚ ਪੱਕੇ ਹੋ ਜਾਂਦੇ ਨੇ। ਜਿੱਥੇ ਗੁਰੂ ਪਾਤਸ਼ਾਹ ਜੀ ਦਾ ਸੇਵਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ, ਅਸੀਂ ਉਸ ਰੂਮ ਨੂੰ, ਉਸ ਕਮਰੇ ਨੂੰ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ,
ਕਿ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ ਉਹ ਸੱਚਖੰਡ ਨਹੀਂ? ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਸ਼ਬਦ ਅਸੀਂ ਚੁਣ ਲਿਆ, ਸਾਡੀ ਸੁਰਤ ਚੋਂ ਪੱਕਾ ਹੋ ਗਿਆ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਖ ਆਸਣ ਸੰਭਾਲ ਸੇਵਾ ਕਰਕੇ, ਜਿੱਥੇ ਪਾਤਸ਼ਾਹ ਜੀ ਦਾ ਅਸੀਂ ਅਲੱਗ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਣ ਕਰਦੇ ਹਾਂ, ਉਸ ਰੂਮ ਨੂੰ, ਉਸ ਕਮਰੇ ਦੇ ਬਾਹਰ ਤੇ ਅਸੀਂ ਨਿੱਠ ਕੇ ਲਿਖ ਦਿੱਤਾ ਵੀ ਇਹ ਸੱਚਖੰਡ ਅਸਥਾਨ ਹੈ। ਤੋ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਉਹ ਕੀ ਹੈ? ਸਾਡੀ ਸੁਰਤ ਅੰਦਰ ਇਹ ਗੱਲ ਟਿਕ ਗਈ ਕਿ ਇਹ ਸੱਚਖੰਡ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਉਹ ਸੱਚਖੰਡ ਨਹੀਂ। ਯਾਨੀ ਕਿ ਇੱਕ ਤਰ੍ਹਾਂ ਨਾਲ ਅਸੀਂ ਭੇਦ ਜਿਹਾ ਆਪਣੀ ਸੁਰਤ ਅੰਦਰ ਖੜਾ ਕਰ ਲਿਆ। ਜਦੋਂ ਅਸੀਂ ਗੁਰਬਾਣੀ ਦੇ ਲਫ਼ਜ਼ ਨੂੰ, ਗੁਰਬਾਣੀ ਦੇ ਸ਼ਬਦ ਨੂੰ, ਗੁਰਬਾਣੀ ਦੀ ਇਸ ਪੰਕਤੀ ਨੂੰ ਕਿਸੇ ਖਾਸ ਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਵਾਸਤੇ ਫਿਰ ਸਾਡੇ ਮਨਾਂ ਅੰਦਰ ਭਰਮ ਪੈਦਾ ਹੋ ਜਾਣੇ ਸੁਭਾਵਿਕ ਗੱਲਾਂ ਸਨ। ਇਵੇਂ ਬੜੀ ਸੂਖਮ ਜਿਹੇ ਢੰਗ ਦੇ ਨਾਲ ਕੁਝ ਭੁਲੇਖੇ ਜਿਹੜੇ ਨੇ ਸਾਡੇ ਮਨਾਂ ਅੰਦਰ ਹੌਲੀ-ਹੌਲੀ ਪੱਕੇ ਹੁੰਦੇ ਗਏ। ਤਾਂ ਕੁਝ ਪੁਰਾਣੀਆਂ ਵਿਚਾਰਧਾਰਾਵਾਂ ਤੇ ਮਤਾਂ ਮਤਾਂਦਰਾਂ ਦੇ ਬਣੇ ਬਣਾਏ ਖਿਆਲ ਜਿਹੜੇ ਸਨ, ਉਹਨਾਂ ਨੇ ਸਾਡਾ ਮਾਨਸਿਕ ਤੌਰ ਤੇ ਖਹਿੜਾ ਨਹੀਂ ਛੱਡਿਆ। ਇਸ ਕਰਕੇ ਉਹ ਨਰਕਾਂ ਤੇ ਸਵਰਗਾਂ ਦੇ ਝੇੜਿਆਂ ਦੇ ਵਿੱਚ ਗੁਰੂ ਦਾ ਸਿੱਖ ਵੀ ਆਤਮਿਕ ਮਾਨਸਿਕ ਤੌਰ ਉੱਤੇ ਉਵੇਂ ਹੀ ਫਸ ਗਿਆ ਜਿਵੇਂ ਬਾਕੀ ਦੁਨੀਆ ਫਸੀ ਹੋਈ ਸੀ। ਪਰ ਸਿੱਖ ਦੇ ਕੋਲੇ ਆਪਸ਼ਨ ਸੀ ਕਿ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦਾ, ਵਿਚਾਰਦਾ, ਸਮਝਦਾ ਔਰ ਇਸ ਵਿੱਚ ਦਿੱਤੇ ਹੋਏ ਉਪਦੇਸ਼ ਨੂੰ ਜਾਣ ਕੇ ਜਿਉਣ ਦੀ ਕੋਸ਼ਿਸ਼ ਕਰਦਾ। ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਵੇਖੋ ਨਰਕ ਦੀ ਕਿੱਡੀ ਪਿਆਰੀ ਗੱਲ ਸਮਝਾਉਂਦਿਆਂ ਹੋਇਆਂ ਸਾਨੂੰ ਕਹਿੰਦੇ ਹਨ, ਕੌਤਕ ਕੋਡ ਤਮਾਸ਼ਿਆਂ ਚੇਤਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਕਹਿੰਦੇ ਨੇ ਅਨੇਕਾਂ ਹੀ ਚੋਜ ਕਰਦਾ ਹੈ ਮਨੁੱਖ ਆਪਣੇ ਜੀਵਨ ਵਿੱਚ, ਰੰਗ ਰਲੀਆਂ ਮਨਾਉਂਦਾ ਹੈ, ਐਸ਼ ਪ੍ਰਸਤੀਆਂ ਕਰਦਾ ਹੈ, ਵਿਕਾਰ ਭੋਗਦਾ ਹੈ, ਚਸਕੇ ਭੋਗਦਾ ਹੈ, ਇੱਕ ਨਿਮਖ ਮਾਤਰ ਵੀ ਗੁਣਾਂ ਦਾ ਪੱਲਾ ਨਹੀਂ ਫੜਦਾ, ਰੱਬ ਦੇ ਨਾਮ ਦਾ ਪੱਲਾ ਨਹੀਂ ਫੜਦਾ। ਹੁਣ ਜਿਹੜੇ ਜੀਵਨ ਅਵਸਥਾ ਵਿੱਚ, ਲੈਵਲ ਵਿੱਚ, ਜਿਹੜੀ ਮਾਨਸਿਕ ਬਿਰਤੀ ਦੇ ਨਾਲ ਇਹ ਵਿਕਾਰ ਭੋਗ ਰਿਹਾ ਹੈ ਤੇ ਜਿਹੜਾ ਜੀਵਨ ਇਹ ਹੰਢਾ ਰਿਹਾ ਹੈ, ਝੂਠ ਦਾ, ਬੇਈਮਾਨੀ ਦਾ, ਵਿਕਾਰਾਂ ਦਾ, ਚਸਕਿਆਂ ਦਾ, ਹੁਣ ਤੁਸੀਂ ਅੰਦਾਜ਼ਾ ਲਾਓ ਕਿ ਉਹ ਇਹਨੂੰ ਤਬਾਹ ਨਹੀਂ ਕਰੇਗਾ। ਉਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਤਾਂ ਕਰੋੜਾਂ ਨਰਕਾਂ ਦੇ ਬਰਾਬਰ ਹੈ ਜ਼ਿੰਦਗੀ। ਉਹ ਜੀਵਨ ਜਿਹੜਾ ਕੇਵਲ ਐਸ਼ ਪ੍ਰਸਤੀਆਂ ਤੱਕ ਸੀਮਤ ਹੈ, ਜਿਹੜਾ ਵਿਸ਼ੇ ਵਿਕਾਰਾਂ ਨੂੰ ਭੋਗ ਕੇ ਉਹਨਾਂ ਵਿੱਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜਾ ਝੂਠ, ਦਗੇਬਾਜ਼ੀਆਂ ਤੇ ਬੇਈਮਾਨੀਆਂ ਵਿੱਚ ਉਲਝਿਆ ਹੈ, ਬੇਅਸੂਲਾ ਹੋ ਕੇ, ਅਧਰਮੀ ਹੋ ਕੇ ਗਲਤ ਰਾਹ ਦੇ ਉੱਤੇ ਤੁਰਿਆ, ਕੁਰਾਹੇ ਪਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿੱਥੇ ਵੀ ਜਾਂਦਾ ਕਰੋੜਾਂ ਨਰਕਾਂ ਬਰਾਬਰ ਮਾਹੌਲ ਪੈਦਾ ਕਰ ਦਿੰਦਾ ਹੈ, ਕਰੋੜਾਂ ਨਰਕਾਂ ਬਰਾਬਰ। ਜਿਸ ਮਨੁੱਖ ਨੂੰ ਆਪਣੇ ਜੀਵਨ ਦੇ ਅੰਦਰ ਆਪਣੇ ਮਨੁੱਖ ਹੋਣ ਦਾ ਅਹਿਸਾਸ ਨਹੀਂ ਤੇ ਉਹ ਪਸ਼ੂਆਂ ਤੋਂ ਵੀ ਬੱਤਰ ਕਰਮ ਕਰਦਾ ਹੈ, ਕੀ ਉਸ ਨੂੰ ਕਿਸੇ ਹੋਰ ਨਰਕ ਦੀ ਲੋੜ ਹੈ? ਕੀ ਉਸ ਨੂੰ ਕਿਸੇ ਹੋਰ ਨਰਕ ਦੇ ਵਿੱਚ ਸੁੱਟੇ ਜਾਣ ਦੀ ਜ਼ਰੂਰਤ ਹੈ? ਜਿਸ ਮਨੁੱਖ ਨੂੰ ਅਕਾਲ ਪੁਰਖ ਨੇ ਮਨੁੱਖੀ ਜਾਮਾ ਦਿੱਤਾ ਹੈ ਤੇ ਮਨੁੱਖ ਹੋਣ ਦਾ ਮਾਣ ਦਿੱਤਾ, ਉਹ ਫਿਰ ਵੀ ਪਸ਼ੂਆਂ ਵਾਲੀ ਬਿਰਤੀ ਦੇ ਵਿੱਚ ਰਵੇ ਤੇ ਸਾਰਾ ਜੀਵਨ ਵਿਸ਼ੇ ਵਿਕਾਰਾਂ ਦਾ ਨਰਕ ਭੋਗਦਾ ਰਹੇ। ਗੁਰੂ ਪਾਤਸ਼ਾਹ ਕਹਿੰਦੇ ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਂ। ਮਤ ਜਾਣੋ ਉਹ ਸੁੱਖ ਸਹੂਲਤਾਂ ਮਾਣ ਰਿਹਾ, ਉਹ ਤਾਂ ਉਜਾੜ ਵਿੱਚ ਵਸ ਰਿਹਾ ਹੈ, ਕਰੋੜਾਂ ਨਰਕਾਂ ਦਾ ਭਾਗੀਦਾਰ ਬਣਿਆ ਬੈਠਾ ਹੈ ਉਹ। ਹੁਣ ਸਤਿਗੁਰੂ ਦੀ ਬਾਣੀ ਵਿੱਚ ਇੱਕ ਹੋਰ ਪੰਕਤੀ ਵੀ ਹੈ, ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਉਦਾਸ। ਜਿਹੜੇ ਉਸ ਸੱਚੇ ਅਕਾਲ ਪੁਰਖ ਵੱਲੋਂ ਨਿਰਛੋਹ ਨੇ, ਭਾਵ ਜਿਨ੍ਹਾਂ ਦੀ ਲਗਨ ਉਸ ਪਾਸ, ਤਾਂ ਸਮਝੋ ਨਰਕਾਂ ਚ ਹੀ ਨੇ। ਨਰਕ ਪਰਹਿ ਤੇ ਮਾਨਈ, ਉਹ ਤਾਂ ਮਨੁੱਖ ਸਮਝੋ ਨਰਕਾਂ ਚ ਹੀ ਨੇ। ਉਹਨਾਂ ਲਈ ਕਿਸੇ ਹੋਰ ਨਰਕ ਦੀ ਕਾਮਨਾ ਜਾਂ ਕਲਪਨਾ ਨਾ ਕਰੋ। ਫਿਰ ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਹਿੰਦੇ ਹਨ, ਜਿਤਨੇ ਨਰਕ ਸੇ ਮਨਮੁਖ ਭੋਗੇ। ਹੁਣ ਵੇਖੋ, ਜਿਤਨੇ ਸ਼ਬਦ ਬਹੁ ਵਚਨ ਹੈ। ਜਿੰਨੇ ਵੀ ਪੁਜਾਰੀਆਂ ਨੇ ਕਲਪਨਾ ਕੀਤੀ, ਇੱਕ ਨਰਕ ਇੱਕ ਸਵਰਗ ਦੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਤਨੇ ਸ਼ਬਦ ਵਰਤ ਕੇ ਬਹੁਤਿਆਂ ਦੀ ਗੱਲ ਕਰਦੇ ਨੇ ਵੀ ਜਿੰਨੇ ਵੀ ਨਰਕ ਨੇ ਨਾ ਵਿਕਾਰਾਂ ਦੇ, ਉਹ ਸਭ ਮਨਮੁਖ ਭੋਗ ਰਿਹਾ। ਇੱਕ ਛੱਡਦਾ ਦੂਜੇ 'ਚ, ਦੂਜਾ ਨਰਕ ਤੋਂ ਮੁਕਤ ਹੁੰਦਾ ਹੈ, ਕਿਸੇ ਤਰ੍ਹਾਂ ਵੇਲ ਮਿਲਦਾ ਤੀਜੇ 'ਚ। ਹਰ ਇੱਕ ਵਿਕਾਰ ਤੇ ਔਗਣ ਉਹਦੇ ਲਈ ਨਰਕ ਹੈ, ਜਿਸ ਨੂੰ ਉਹ ਭੋਗ ਵੀ ਰਿਹਾ ਹੈ ਤੇ ਮਾਣ ਵੀ ਰਿਹਾ ਹੈ।
ਮਾਨੋ ਉਹਨੂੰ ਇੱਕ ਐਸੀ ਸਜ਼ਾ ਲੱਗੀ ਹੋਈ ਹੈ ਜਿਸ ਸਜ਼ਾ ਦੇ ਵਿੱਚ ਉਹ ਲਗਾਤਾਰ ਪਿਆ ਹੋਇਆ, ਲਗਾਤਾਰ ਉਸ ਸਜ਼ਾ ਤੋਂ ਨਿੱਜੀ ਤੌਰ ਉੱਤੇ ਹੀ ਉਹ ਮੁਕਤ ਨਹੀਂ ਹੋ ਪਾਇਆ। ਧਿਆਨ ਦੇਣਾ, ਉਹ ਸਜ਼ਾ ਜਿਹੜੀ ਉਸਨੇ ਔਗਣਾ ਤੇ ਵਿਕਾਰਾਂ ਦੇ ਰਾਹੀਂ, ਵਿਸ਼ੇ ਵਿਕਾਰਾਂ ਰਾਹੀਂ ਸਹੇੜ ਲਈ ਹੈ ਆਪਣੇ ਜੀਵ ਵਾਸਤੇ, ਉਹ ਸਜ਼ਾ ਉਹਦੀ ਖਤਮ ਨਹੀਂ ਹੋ ਰਹੀ, ਉਹ ਲਗਾਤਾਰ ਚੱਲ ਰਹੀ ਹੈ। ਇਹ ਹੁਣ ਜੀਵਨ ਦਾ ਇੱਕ ਪੱਧਰ ਹੈ, ਜੀਵਨ ਜਿਉਣ ਦਾ ਇੱਕ ਢੰਗ ਹੈ, ਜਿਸ ਨੂੰ ਗੁਰੂ ਪਾਤਸ਼ਾਹ ਨਰਕ ਨਾਲ ਤਸ਼ਬੀਹ ਦਿੰਦੇ ਨੇ, ਤੁਲਨਾ ਦਿੰਦੇ ਨੇ। ਗਰੀਬ ਨਵਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਸ ਪਾਵਨ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਗੁਰੂ ਮਹਾਰਾਜ ਕਹਿੰਦੇ ਨੇ, ਗੁਰ ਪੂਰਾ ਉਪਦੇਸ਼ਿਆ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਮੱਤ ਮਿਲ ਗਈ ਹੈ, ਸਤਿਗੁਰੂ ਦੀ ਗੁਰਮਤਿ ਦੀ ਦਾਤ ਜਿਨ੍ਹਾਂ ਨੂੰ ਪ੍ਰਾਪਤ ਹੋਈ ਤੇ ਗੁਰੂ ਦੀ ਮੱਤ ਦੇ ਰਾਹੀਂ ਜਿਨ੍ਹਾਂ ਨੇ ਆਪਣਾ ਜੀਵਨ ਜੀਣਾ ਸ਼ੁਰੂ ਕੀਤਾ, ਨਰਕ ਨਾ ਹੈ, ਉਹਨਾਂ ਵਾਸਤੇ ਵਿਸ਼ੇ ਵਿਕਾਰਾਂ ਦਾ ਨਰਕ ਨਹੀਂ ਹੈ। ਉਹ ਇਸ ਆਤਮਕ ਮਾਨਸਿਕ ਨਰਕ ਤੋਂ ਬਹੁਤ ਉੱਪਰ ਉੱਠ ਜਾਂਦੇ ਹਨ। ਔਰ ਮੁਆਫ ਕਰਨਾ, ਸੰਸਾਰ ਦੀ ਖੁਸ਼ਹਾਲੀ ਨੂੰ ਤਬਾਹ ਵੀ ਉਹ ਕਰਦਾ ਜਿਹੜਾ ਖੁਦ ਅੰਦਰੋਂ ਪਹਿਲਾਂ ਹੀ ਤਬਾਹੀ ਦੇ ਕੰਢੇ ਤੇ ਖੜਾ ਹੈ। ਬਾਹਰ ਕਿਸੇ ਨੂੰ ਅੱਗ ਉਹੀ ਲਾਏਗਾ ਨਾ ਜਿਹਦੇ ਅੰਦਰ ਈਰਖਾ ਜਾਂ ਨਫ਼ਰਤ ਦੀ ਜਾਂ ਕ੍ਰੋਧ ਦੀ ਅੱਗ ਬਲਦੀ ਹੈ। ਅੰਦਰੋਂ ਸ਼ਾਂਤ ਬੰਦਾ ਐਸਾ ਕਦਮ ਕਦੇ ਨਹੀਂ ਚੁੱਕਦਾ। ਬਾਹਰ ਦੂਸਰੇ ਦਾ ਬੁਰਾ ਉਹੀ ਕਰਦਾ ਜਿਹਦੇ ਅੰਦਰ ਆਪ ਬੁਰਾਈ ਪਲ ਰਹੀ ਹੈ ਤੇ ਦਿਨ ਰਾਤ ਉਹ ਬੁਰਾਈ ਨੂੰ ਹੰਢਾ ਰਿਹਾ ਹੈ, ਜੀ ਰਿਹਾ ਹੈ, ਉਹੀ ਬਾਹਰ ਬੁਰਾਈ ਦਾ ਮਾਹੌਲ ਪੈਦਾ ਕਰਦਾ ਹੈ। ਵਰਨਾ ਅੰਦਰੋਂ ਇਸ ਪੱਖ ਤੋਂ ਮੁਕਤ ਹੋਇਆ ਬੰਦਾ ਕਦੇ ਬਾਹਰ ਬੁਰਾਈ ਪੈਦਾ ਨਹੀਂ ਕਰਦਾ। ਇਉਂ ਕਹਿ ਲਓ ਵੀ ਜੋ ਕੁਝ ਬਾਹਰ ਹੋ ਰਿਹਾ ਨਾ, ਸਭ ਬੰਦਾ ਉਹਨੂੰ ਆਪਣੇ ਅੰਦਰ ਪਹਿਲਾਂ ਜਿਉਂਦਾ ਹੈ, ਆਪਣੇ ਅੰਦਰ ਪਹਿਲਾਂ ਹੰਢਾਉਂਦਾ ਹੈ। ਜਿਹੜਾ ਜਿਸ ਦਾ ਮਨ ਅੰਦਰ ਪੂਰੀ ਤਰ੍ਹਾਂ ਨਾਲ ਵਿਕਾਰਾਂ ਦੇ, ਕ੍ਰੋਧ ਦੇ ਜ਼ਹਿਰ ਵਿੱਚ ਮਰਿਆ ਪਿਆ ਹੈ, ਕੌੜੇ ਬੋਲਦੀ ਉਹਦੇ ਕੋਲੋਂ ਹੀ ਆਸ ਕੀਤੀ ਜਾ ਸਕਦੀ ਹੈ। ਕਦੇ ਵੀ ਸਬਰ ਨਾਲ ਮਿੱਠਾ ਬੋਲਣਾ, ਧੀਰਜ ਰੱਖਣਾ, ਇਹ ਉਹਦੇ ਜੀਵਨ ਵਿੱਚ ਨਹੀਂ ਹੋਏਗਾ। ਕਿਉਂਕਿ ਜੋ ਆਪ ਅੰਦਰੋਂ ਹੰਢਾ ਰਿਹਾ ਹੈ ਉਹੀ ਕੁਝ ਸੰਸਾਰ ਨੂੰ ਦੇਵੇਗਾ। ਇਹ ਕਦੇ ਨਹੀਂ ਹੁੰਦਾ ਵੀ ਮੈਂ ਆਪਣੇ ਅੰਦਰ ਵਿਕਾਰ ਹੰਢਾਵਾਂ ਤੇ ਸੰਸਾਰ ਨੂੰ ਮੈਂ ਟਿਕਾ ਵੰਡ ਦਿਆਂ, ਕਦੇ ਨਹੀਂ ਹੋ ਸਕਦਾ। ਜੋ ਮੈਂ ਹੰਢਾ ਰਿਹਾ, ਜੋ ਮੈਂ ਜੀ ਰਿਹਾ, ਜਿਸ ਨੂੰ ਮੈਂ ਭੋਗ ਤੇ ਮਾਣ ਰਿਹਾ ਹਾਂ ਮਾਨਸਿਕ ਆਤਮਿਕ ਤੌਰ ਉੱਤੇ, ਉਹੀ ਚੀਜ਼ਾਂ ਮੈਂ ਸੰਸਾਰ ਦੇ ਰੂਬਰੂ ਕਰਦਾ, ਉਹੀ ਮੈਂ ਵੰਡ ਰਿਹਾ ਹਾਂ ਸੰਸਾਰ ਦੇ ਸਾਹਮਣੇ। ਮੈਂ ਅੱਗੇ ਵੀ ਇਹ ਬਚਨ ਸਾਂਝਾ ਕੀਤਾ। ਗੁਰੂ ਨਾਨਕ ਮਹਾਰਾਜ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ, ਗੁਰੂ ਮਹਾਰਾਜ ਤੁਸੀਂ ਆਪਣਾ ਘਰ ਪਰਿਵਾਰ ਸਾਰਾ ਕੁਝ, ਸੁੱਖ ਸਹੂਲਤਾਂ ਘਰ ਦੀਆਂ, ਇਹਨਾਂ ਨੂੰ ਛੱਡ ਕੇ ਲੋਕਾਈ ਦੇ ਭਲੇ ਵਾਸਤੇ ਤੁਸੀਂ ਇਹ ਕਦਮ ਪੁੱਟਿਆ ਵੀ ਇੰਨੇ ਲੰਬੇ ਸਫ਼ਰ ਕਰ ਰਹੇ ਹੋ ਬਿਖਮ ਰਸਤਿਆਂ ਤੇ, ਪਰ ਜਦੋਂ ਕੁਝ ਲੋਕ ਕਬੂਲ ਬੋਲਦੇ ਹਨ, ਮਾੜਾ ਵਿਹਾਰ ਕਰਦੇ ਨੇ, ਤਾਂ ਮੈਨੂੰ ਇਸ ਗੱਲ ਨੂੰ ਬੜਾ ਮਹਿਸੂਸ ਹੁੰਦਾ ਹੈ, ਸਤਿਗੁਰੂ ਐਸਾ ਕਿਉਂ? ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਉੱਤਰ ਦਿੰਦੇ ਹਨ, ਭਾਈ ਜੀ ਯਾਦ ਰਹੇ, ਪਹਿਲਾ ਭਾਈ ਸ਼ਬਦ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨਾ ਜੀ ਲਈ ਵਰਤਿਆ ਇਤਿਹਾਸ ਵਿੱਚ ਪਹਿਲਾ। ਖੈਰ ਸਤਿਗੁਰੂ ਕਹਿਣ ਲੱਗੇ, ਭਾਈ ਜੀ ਜਿਨ੍ਹਾਂ ਦੀਆਂ ਜੇਬਾਂ ਪੱਥਰਾਂ ਨਾਲ ਭਰੀਆਂ ਹੋਣ ਉਹਨਾਂ ਕੋਲੋਂ ਫੁੱਲਾਂ ਦੀ ਵਰਖਾ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹ ਵੀ ਵਿਚਾਰੇ ਤਰਸ ਦੇ ਪਾਤਰ ਹੀ ਕਹੇ ਜਾ ਸਕਦੇ ਨੇ। ਸਾਨੂੰ ਲੱਗਦੇ ਨੇ ਹੰਕਾਰੀ, ਕ੍ਰੋਧੀ, ਬੜੇ ਖਿਜੇ ਹੋਏ, ਦੁਖੀ, ਹਰ ਜਗ੍ਹਾ ਦੇ ਉੱਤੇ ਜ਼ਹਿਰ ਫੈਲਾਉਣ ਵਾਲੇ। ਕਹਿੰਦੇ ਨੇ ਅੰਦਾਜ਼ਾ ਲਾਓ ਭਾਈ ਸਾਹਿਬ, ਉਹ ਆਪਣੇ ਮਨ ਦੇ ਅੰਦਰ ਵਿਚਾਰੇ ਕਿੰਨਾ ਜ਼ਹਿਰ ਪਾਲ ਕੇ ਬੈਠੇ ਹੋਏ ਨੇ, ਕਿੰਨਾ ਝੱਲਦੇ ਨੇ ਉਹ ਹਰ ਵੇਲੇ। ਸਾਨੂੰ ਕੋਈ ਕੌੜਾ ਬੋਲ ਕਹਿ ਦੇਵੇ ਈਰਖਾ ਵਸ ਤੇ ਸਾਡੇ ਲਈ ਦੁਖਦਾਈ ਹੋ ਜਾਂਦੀ ਹੈ ਗੱਲ ਸੁਣਨੀ। ਉਸ ਬੰਦੇ ਦਾ ਅੰਦਾਜ਼ਾ ਲਾਓ ਜਿਹੜਾ ਇਸ ਜ਼ਹਿਰ ਨੂੰ 24 ਘੰਟੇ ਚੁੱਕੀ ਫਿਰਦਾ, ਜਿਹੜਾ ਉਹ ਕੜਤਨ 24 ਘੰਟੇ ਹੀ ਆਪਣੇ ਪੱਲੇ ਬੰਨ੍ਹ ਕੇ ਰੱਖਦਾ ਹੈ। ਤੁਹਾਨੂੰ ਤਾਂ ਇੱਕ ਪਲ ਲਈ ਉਹ ਕੜਤਨ ਸਹਿਣੀ ਪਈ ਤੇ ਤੁਹਾਨੂੰ ਤਕਲੀਫ ਹੋਈ, ਉਸ ਬੰਦੇ ਦਾ ਅੰਦਾਜ਼ਾ ਲਾਓ ਉਹਦਾ ਕੀ ਹਾਲ ਹੁੰਦਾ ਹੋਏਗਾ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਇਹ ਵਿਕਾਰਾਂ ਵਿਸ਼ਿਆਂ ਦੇ ਜ਼ਾਲਮ ਜਮ ਜਿਹੜੇ ਉਹਦੇ ਸਿਰ ਉੱਤੇ ਦਿਨ ਰਾਤ ਕੂਕਦੇ ਨੇ, ਔਰ ਕਿੰਨਾ ਜ਼ੁਲਮ ਸਹਿੰਦਾ ਵਿਚਾਰਾ, ਉਹ ਕਿੰਨਾ ਜ਼ਹਿਰ ਪੀਣ ਦਾ ਆਦੀ ਹੋ ਗਿਆ ਹੈ, ਉਹ ਕਿੰਨੀ ਕੁੜਤਨ ਸਾਰੀ ਜ਼ਿੰਦਗੀ ਪੱਲੇ ਬੰਨ੍ਹ ਕੇ ਉਹ ਰੱਖਦਾ ਹੈ। ਸਾਨੂੰ ਤਾਂ ਇੱਕ ਪਲ ਸਹਿਣੀ ਪਈ ਤੇ ਅਸੀਂ ਬੇਚੈਨ ਹੋਏ, ਦੁਖੀ ਹੋਏ, ਪਰੇਸ਼ਾਨ ਹੋਏ। ਉਹਦੀ ਹਾਲਤ ਦਾ ਅੰਦਾਜ਼ਾ ਲਾਓ, ਉਹ ਤਾਂ ਵਿਚਾਰਾ ਅੰਦਰੋਂ ਮਰ ਮੁੱਕ ਹੀ ਗਿਆ ਹੋਏਗਾ। ਇੰਨਾ ਜ਼ਹਿਰ, ਇੰਨੀ ਕੁੜਤਨ, ਇੰਨੀਆਂ ਤਕਲੀਫਾਂ ਤੇ ਪਰੇਸ਼ਾਨੀਆਂ ਦਾ ਭਾਰ ਉਹ ਆਪਣੇ ਜੀਵਨ ਵਿੱਚ ਬੋਝ ਚੁੱਕੀ ਫਿਰਦਾ। ਇਸੇ ਨੂੰ ਗੁਰੂ ਮਹਾਰਾਜ ਨੇ ਬਾਣੀ ਚ ਕਿਹਾ, ਕਹਿੰਦੇ ਨੇ ਪੱਥਰ ਕੀ ਬੇੜੀ ਚੜ੍ਹੈ
ਕਿਸੇ ਬੰਦੇ ਨੇ ਪੱਥਰ ਦੀ ਬੇੜੀ ਬਣਾ ਲਈ। ਹੁਣ ਪੱਥਰ ਦੀ ਬੇੜੀ ਵਿੱਚ ਸਵਾਰ ਹੋ ਕੇ ਉਹ ਨਦੀ ਦਰਿਆ ਨੂੰ ਪਾਰ ਲੰਘਣਾ ਚਾਹੁੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਵੇਖੋ ਕਿੰਨਾ ਨਾਦਾਨ ਹੈ, ਉਹ ਪੱਥਰ ਦੀ ਬੇੜੀ ਵੀ ਕਦੇ ਪਾਣੀ ਤੇ ਤਰਦੀ ਹੈ। ਇਹ ਬੰਦੇ ਦੀ ਹਾਲਤ ਵੇਖੋ, ਸਵਾਰ ਹੀ ਪੱਥਰ ਦੀ ਬੇੜੀ ਦੇ ਵਿੱਚ ਹੈ, ਸਵਾਰ ਹੀ ਪੱਥਰ ਦੀ ਬੇੜੀ ਦੇ ਵਿੱਚ ਹੈ, ਤੇ ਆਸ ਇਹ ਕਰਦਾ ਵੀ ਮੈਂ ਉਸ ਕੰਢੇ ਪਹੁੰਚ ਜਾਵਾਂ, ਦੂਜੇ ਪਾਸੇ ਲੱਗ ਜਾਵਾਂ। ਨਹੀਂ ਹੋ ਸਕਦਾ। ਅਸੀਂ ਸਾਰੇ ਸੁੱਖ ਦੀ ਆਸ ਰੱਖਦੇ ਹਾਂ, ਸ਼ਾਂਤੀ, ਟਿਕਾ, ਇਤਫਾਕ, ਪਿਆਰ, ਮੁਹੱਬਤ, ਕਿੰਨੀਆਂ ਦਾਤਾਂ ਅਸੀਂ ਰੋਜ਼ ਗੁਰੂ ਕੋਲੋਂ ਮੰਗਦੇ ਹਾਂ। ਘਰ ਲਈ ਵੀ ਮੰਗਦੇ ਹਾਂ, ਪਰਿਵਾਰ ਲਈ ਵੀ ਮੰਗਦੇ ਹਾਂ, ਆਪਣੇ ਆਪ ਲਈ ਵੀ ਮੰਗਦੇ ਹਾਂ, ਆਲੇ ਦੁਆਲੇ ਲਈ ਵੀ ਮੰਗਦੇ ਹਾਂ। ਪਰ ਸਵਾਰ ਅਸੀਂ ਕਿਤੇ ਨਾ ਕਿਤੇ ਸਾਰੇ ਪੱਥਰ ਦੀ ਬੇੜੀ ਵਿੱਚ ਹੀ ਹੁੰਨੇ ਆ, ਔਰ ਆਸ ਇਹ ਕਰਦੇ ਪਾਰ ਲੱਗੇਗੀ। ਗੁਰੂ ਕਹਿੰਦੇ ਭਾਰ ਤੇ ਸੁੱਟ ਆਪਣੇ ਵੱਲੋਂ, ਪਾਪ ਪੱਥਰ ਤਰਨ ਨਾ ਜਾਈ। ਪਾਪਾਂ ਦੇ ਭਾਰੀ ਪੱਥਰ ਚੁੱਕ ਕੇ ਤੇ ਨਦੀ ਦੇ ਵਿੱਚ ਤਰਨ ਦੀ ਆਸ ਲਾਉਣਾ ਹੈ, ਆ ਭਾਰ ਸੁੱਟ ਦੇ ਤਰ ਜਾਏਗਾ। ਜਿਹੜਾ ਤੂੰ ਭਾਰ ਚੁੱਕ ਲਿਆ ਨਾ, ਇਹ ਸੁੱਟ ਦੇ। ਇਹਨਾਂ ਪੱਥਰਾਂ ਨੇ ਤੈਨੂੰ ਪਾਰ ਨਹੀਂ, ਤੂੰ ਤਰਨਾ ਵੀ ਚਾਹੇ ਨਾ, ਇਹਨਾਂ ਤੈਨੂੰ ਤਰਨ ਨਹੀਂ ਦੇਣਾ। ਇਹ ਪੱਥਰ ਹੀ ਪੁਰਾਣੇ ਸਮਿਆਂ ਦਾ ਇੱਕ ਢੰਗ ਸੀ। ਜ਼ਾਲਮ ਬੰਦੇ ਹਰ ਤਰੀਕਾ ਹਰਬਾ ਵਰਤਦੇ ਹਨ। ਕਿਸੇ ਮਨੁੱਖ ਨੂੰ ਸਜ਼ਾ ਦੇਣੀ ਮੌਤ ਦੀ, ਤੇ ਸਜ਼ਾ ਇਹ ਦੇਣੀ ਵੀ ਇਹਨੂੰ ਪਾਣੀ 'ਚ ਡੋਬ ਦਿਓ। ਬੰਦੇ ਦੀ ਫਿਤਰਤ ਹੈ, ਉਹਨੂੰ ਜੇ ਤਾਂ ਤਰਨਾ ਆਉਂਦਾ ਹੋਵੇ ਤੇ ਉਹ ਭਾਵੇਂ ਮਾਰੂ ਤੋਂ ਮਾਰੂ, ਪਾਣੀ ਦੇ ਵਿੱਚੋਂ ਵੀ ਉਹ ਬਾਹਰ ਨਿਕਲ ਆਉਂਦਾ। ਕੀ ਕੀਤਾ ਜਾਂਦਾ ਸੀ ਫਿਰ? ਉਹਦੇ ਪੈਰਾਂ ਨਾਲ ਜਾਂ ਜਿਸਮ ਨਾਲ ਪੱਥਰ ਬੰਨ੍ਹ ਕੇ ਨਾ ਭਾਰੀ, ਤੇ ਉਹਨੂੰ ਫਿਰ ਪਾਣੀ 'ਚ ਸੁੱਟ ਦਿੱਤਾ ਜਾਂਦਾ ਸੀ ਕਿ ਇਹ ਪੱਕਾ ਡੋਬੀ ਜਾਏ। ਇਹ ਡੋਬਣ ਦਾ ਢੰਗ ਸੀ ਇੱਕ। ਜਾਂ ਕੋਈ ਵੀ ਵੇਟ ਵਾਲੀ, ਭਾਰ ਵਾਲੀ ਚੀਜ਼ ਉਹਦੇ ਸਰੀਰ ਨਾਲ ਬੰਨ੍ਹ ਕੇ ਉਹਨੂੰ ਫਿਰ ਨਦੀ ਦੇ ਵਿੱਚ ਧੱਕਾ ਦੇ ਦੇਣਾ, ਦਰਿਆ ਵਿੱਚ ਸੁੱਟ ਦੇਣਾ, ਵੀ ਇਵੇਂ ਆਪੇ ਉਹ ਭਾਰ ਦੇ ਨਾਲ ਇਹ ਥੱਲੇ ਚਲਿਆ ਜਾਏਗਾ ਤੇ ਡੁੱਬ ਜਾਏਗਾ ਤੇ ਮਰ ਜਾਏਗਾ। ਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਆਪਣੇ ਜਿਸਮ ਨਾਲ ਪੱਥਰ ਬੰਨੀ ਬੈਠਾ ਹੈ ਤੇ ਆਸ ਧਰਨ ਦੀ ਲਾ ਕੇ ਬੈਠਾ ਹੈ, ਉਹ ਨਾਦਾਨ ਹੀ ਹੈ, ਬੇਸਮਝੀ ਕਿਹਾ ਜਾਏਗਾ ਨਾ। ਇਸੇ ਕਰਕੇ ਗੁਰੂ ਨੇ ਬਾਣੀ ਦੇ ਵਿੱਚ ਆਖਿਆ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗਾਏ ਮਤ ਜਾਈ। ਕਹਿੰਦੇ ਨੇ ਪਾਪਾਂ ਦੇ ਪੱਥਰਾਂ ਨਾਲ ਬੇੜੀ ਭਰ ਲਈ ਹੈ, ਤੇ ਉਹ ਜਦੋਂ ਹਵਾ ਦਾ ਕੋਈ ਝੌਂਕਾ ਆਉਂਦਾ ਹੈ ਨਾ, ਤੇ ਉਹ ਬੇੜੀ ਹਿੱਲਦੀ ਹੈ, ਉਦੋਂ ਹੀ ਦਿਲ ਨੂੰ ਹੌਲ ਪੈਂਦਾ, ਹੁਣ ਵੀ ਡੁੱਬੀ, ਹੁਣ ਵੀ ਡੁੱਬੀ। ਔਰ ਅਖੀਰ ਹੁੰਦਾ ਉਹੋ ਹੀ ਹੈ, ਜਦੋਂ ਬੇੜੀ ਅੱਧ ਵਿਚਕਾਰ ਵੀ ਜਾਂਦੀ ਹੈ ਨਾ, ਮਾੜਾ ਜਿਹਾ ਹਵਾ ਝੌਂਕਾ ਤੇਜ਼ ਆ ਜਾਂਦਾ ਹੈ, ਤਾਂ ਉਸੇ ਵੇਲੇ ਬੇੜੀ ਪੁੱਠੀ ਹੋ ਕੇ ਡੁੱਬ ਜਾਂਦੀ ਹੈ। ਗੁਰੂ ਮਹਾਰਾਜ ਨੇ ਇਹ ਤੁਲਨਾ ਜਿਹੜੀ ਹੈ, ਇਹ ਐਗਜ਼ੈਂਪਲ, ਇਹ ਉਦਾਹਰਣ ਸਾਡੇ ਜੀਵਨ ਲਈ ਦਿੱਤੀ ਹੈ। ਸਾਡਾ ਇਹ ਸਰੀਰ ਬੇੜੀ ਦੇ ਸਮਾਨ ਮੰਨਿਆ ਮਹਾਰਾਜ ਨੇ ਵੀ ਇਹ ਸੰਸਾਰ ਭਵਜਲ ਨੂੰ ਤਰਨ ਲਈ ਇਹ ਸਾਧਨ ਤੈਨੂੰ ਮਿਲਿਆ, ਪਰ ਇਹਦੇ ਵਿੱਚ ਤੂੰ ਬੜੇ ਭਾਰੀ ਪੱਥਰ ਪਾਪਾਂ ਦੇ ਰੱਖ ਲਏ ਹਨ। ਗੁਨਾਹ ਤੇ ਔਗਣਾਂ ਦਾ ਭਾਰ ਲੱਦੀ ਬੈਠਾ ਹੈ। ਤੂੰ ਆਸ ਕਰਦਾ ਹੈ ਕਿਸੇ ਕਿਨਾਰੇ ਉੱਤੇ ਲੱਗਾਂਗਾ, ਮਿਹਨਤ ਬਹੁਤ ਹੈ, ਘਾਲਣਾ ਬੜੀ ਘਾਲਦਾ ਹੈ, ਦੌੜ ਭੱਜ ਬਹੁਤ ਕਰਦਾ ਹੈ, ਔਰ ਤੇਰੀ ਆਸ ਵੀ ਚੰਗੀ ਹੈ ਵੀ ਮੈਂ ਕਿਸੇ ਮਕਸਦ ਤੇ ਪਹੁੰਚ ਜਾਵਾਂ, ਪਰ ਤੇਰੀ ਨਾਦਾਨੀ ਕਰਕੇ ਸਾਰਾ ਕੁਝ, ਤੇਰੀ ਮਿਹਨਤ ਵੀ ਅਜਾਈ ਚਲੀ ਜਾਂਦੀ ਹੈ, ਤੇਰਾ ਮਕਸਦ ਜਿਹੜਾ ਕਿ ਸਹੀ ਹੈ ਉਹ ਵੀ ਪੂਰਾ ਨਹੀਂ ਹੁੰਦਾ। ਕਿਉਂਕਿ ਜਿਹੜੀ ਚੀਜ਼ ਨੂੰ ਛੱਡ ਕੇ ਸਹਿਜ ਸੁੱਖ, ਆਤਮਿਕ ਸੁੱਖ, ਮਾਨਸਿਕ ਸੁੱਖ, ਘਰ ਪਰਿਵਾਰ, ਆਪਣਾ ਨਿੱਜੀ ਜੀਵਨ ਆਨੰਦਦਾਇਕ ਬਣ ਸਕਦਾ ਹੈ, ਉਹ ਚੀਜ਼ ਨੂੰ ਛੱਡਣ ਲਈ ਕਿਧਰੇ ਨਾ ਕਿਧਰੇ ਤੂੰ ਰਾਜੀ ਨਹੀਂ ਹੁੰਦਾ। ਉਹਨੂੰ ਛੱਡੇ ਬਿਨਾ ਇਹ ਦਾਤ ਪ੍ਰਾਪਤ ਨਹੀਂ ਹੋ ਸਕਦੀ, ਉਸ ਨੂੰ ਤਿਆਗਣਾ ਪਏਗਾ ਨਾ ਕਿਤੇ ਨਾ ਕਿਤੇ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਿਸ ਵੇਲੇ ਤੁਲੰਬਾ ਪਿੰਡ ਹੈ ਪਾਕਿਸਤਾਨ ਵਿੱਚ, ਆਪਣੀ ਯਾਤਰਾ ਉੱਤੇ ਸਨ, ਤਾਂ ਲੋਕਾਂ ਨੇ ਆਖਿਆ ਗੁਰੂ ਨਾਨਕ ਮਹਾਰਾਜ ਨੂੰ ਇੱਥੇ ਰੁਕੋ ਸਾਡੇ ਕੋਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਮੈਂ ਸੱਜਣ ਦੀ ਤਾਂ ਸਰਾਂ ਦੇ ਵਿੱਚ ਜਾ ਕੇ ਰੁਕਣਾ ਹੈ। ਹੁਣ ਜਿਹੜੇ ਵੇਖੋ ਚੋਰ ਚੋਰੀ ਕਰਕੇ ਫੜਿਆ ਜਾਏ, ਹਰ ਆਦਮੀ ਉਸ ਉੱਤੇ ਆਪਣਾ ਨਜ਼ਲਾ ਝਾੜ ਲੈਂਦਾ, ਉਹਨੂੰ ਗਾਲਾਂ ਕੱਢਣ ਵਾਲਾ ਗਾਲਾਂ ਕੱਢ ਦੇਗਾ, ਉਹਦੇ ਬਾਰੇ ਚਰਚਾ ਹੋਣੀ ਸ਼ੁਰੂ ਹੋਏਗੀ। ਪਰ ਚੋਰ ਇੱਕ ਪੱਖ ਤੋਂ ਡਰਪੋਕ ਹੁੰਦਾ ਹੈ, ਚਲਾਕ ਨਹੀਂ ਹੁੰਦਾ ਬਹੁਤਾ। ਉਹ ਹਮੇਸ਼ਾ ਹਨੇਰਾ ਭਾਲਦਾ, ਪਿੱਠ ਭਾਲਦਾ, ਕਿਸੇ ਦੀ ਅੱਖ ਨਾ ਵੇਂਦੀ ਹੋਵੇ, ਚੀਜ਼ ਚੁੱਕ ਲਈ। ਇਸ ਕਰਕੇ ਉਹਨੂੰ ਡਰ ਹੁੰਦਾ ਵੀ ਕਿਸੇ ਦੀ ਅੱਖ ਮੈਨੂੰ ਵੇਖੇ ਨਾ। ਅੰਦਰੋਂ ਕਮਜ਼ੋਰ ਹੁੰਦਾ ਹੈ, ਇਸੇ ਕਰਕੇ ਹੀ ਤਾਂ ਉਹ ਹਨੇਰਾ ਤੇ ਲੋਕਾਂ ਦੀ ਪਿੱਠ ਪਿੱਛੇ ਆਪਣਾ ਕੰਮ ਨੂੰ ਅੰਜਾਮ ਦਿੰਦਾ ਹੈ। ਪਰ ਇੱਕ ਜਿਹੜਾ ਠੱਗ ਹੁੰਦਾ ਹੈ ਨਾ, ਠੱਗ ਬੇਹੱਦ ਚਾਲਾਕ ਹੁੰਦਾ ਹੈ। ਉਹ ਸਾਨੂੰ ਵਰਗਲਾਉਂਦਾ ਹੈ,
ਸਾਨੂੰ ਉਲਝਾਉਂਦਾ ਹੈ ਔਰ ਸਾਡੇ ਨਾਲ ਹੀ ਠੱਗੀ ਮਾਰ ਕੇ ਤੁਰ ਜਾਂਦਾ ਹੈ। ਜੇ ਤਾਂ ਮਨੁੱਖ ਉਹਦੇ ਨਾਲੋਂ ਸਿਆਣਾ ਹੋਵੇ, ਚੇਤਨ ਤੇ ਸੁਚੇਤ ਹੋਵੇ, ਤੇ ਪਹਿਲਾਂ ਹੀ ਜਾਣ ਜਾਂਦਾ ਹੈ ਵੀ ਇਹ ਠੱਗੀ ਮਾਰੇਗਾ, ਬਚ ਜਾਂਦਾ। ਜੇ ਅਗਿਆਨੀ ਹੋਵੇ ਤਾਂ ਠੱਗੀ ਵੱਜ ਜਾਂਦੀ ਹੈ। ਕਈਆਂ ਨੂੰ ਉਦੋਂ ਬਾਅਦ ਸੁਰਤ ਆ ਜਾਂਦੀ ਹੈ ਵੀ ਬੰਦਾ ਗਲਤ ਨਿਕਲਿਆ, ਤੇ ਕਈ ਤੇ ਐਸੇ ਨੇ ਸਾਰੀ ਉਮਰ ਪਤਾ ਹੀ ਨਹੀਂ ਲੱਗਦਾ ਵੀ ਠੱਗੀ ਹੋ ਰਹੀ ਹੈ। ਸਾਰੀ ਉਮਰ ਠੱਗ ਚੇਤਨ ਹੁੰਦਾ ਹੈ ਹਮੇਸ਼ਾ, ਉਹਨੂੰ ਨਾ ਤਾਂ ਹਨੇਰੇ ਦੀ ਲੋੜ ਹੈ ਤੇ ਨਾ ਕਿਸੇ ਦੀ ਪਿੱਠ ਪਿੱਛੇ ਕੁਝ ਐਸਾ ਆਪਣਾ ਮਕਸਦ ਪੂਰਾ ਕਰਨ ਦੀ ਲੋੜ ਹੈ। ਠੱਗ ਦਾ ਮਕਸਦ ਹੀ ਉਦੋਂ ਪੂਰਾ ਹੁੰਦਾ ਹੈ ਜਦੋਂ ਸਾਡੀ ਅੱਖ ਚੱਕ ਪਾ ਕੇ ਗੱਲ ਕਰਦਾ ਹੈ ਔਰ ਆਪਣੀ ਚਲਾਕੀ ਤੇ ਚਤੁਰਾਈ ਨਾਲ ਸਾਨੂੰ ਪੂਰੀ ਤਰ੍ਹਾਂ ਨਾਲ ਵਰਗਲਾ ਕੇ ਉਲਝਾ ਕੇ ਆਪਣਾ ਕੰਮ ਕਰਕੇ ਤੁਰ ਜਾਂਦਾ ਹੈ। ਇਸ ਵਾਸਤੇ ਚੋਰ ਨੂੰ ਲੁਕਣ ਦੀ ਲੋੜ ਪੈਂਦੀ ਹੈ, ਠੱਗ ਨੂੰ ਲੁਕਣ ਦੀ ਲੋੜ ਨਹੀਂ ਪੈਂਦੀ। ਠੱਗ ਫਿਰ ਬੜੇ ਤਰੀਕੇ, ਬੜੀਆਂ ਜੁਗਤਾਂ, ਜੋ ਅਸੀਂ ਨਹੀਂ ਸੋਚਿਆ ਹੁੰਦਾ ਉਹ ਵੀ ਕੁਝ ਵਰਤ ਲੈਂਦਾ। ਇਸੇ ਕਰਕੇ ਹੀ ਤੇ ਉਹਦਾ ਕੰਮ ਜਿਉਂਦੇ ਜਾਗਦੇ ਲੋਕਾਂ ਦੇ ਵਿੱਚ, ਸੁਸਾਇਟੀ ਦੇ ਵਿੱਚ ਚੱਲ ਪੈਂਦਾ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਉਹਨਾਂ ਦੇ ਜੀਵਨ ਵਿੱਚ ਚੋਰ ਵੀ ਮਿਲੇ ਨੇ, ਠੱਗ ਵੀ ਮਿਲੇ ਨੇ। ਔਰ ਜਦੋਂ ਮਹਾਰਾਜ ਨੇ ਆਖਿਆ ਵੀ ਉਹਦੇ ਸਰਾਂ ਵਿੱਚ ਜਾ ਕੇ ਰੁਕਣਾ ਹੈ, ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ, ਉਹ ਕਹਿੰਦੇ ਨੇ ਬੜਾ ਵੀ ਨੇਕ ਬੰਦਾ ਹੈ। ਉਹਨੇ ਇੱਕ ਪਾਸੇ ਮੰਦਿਰ ਬਣਾਇਆ, ਮਸਜਿਦ ਬਣਾਈ, ਸਰਾਂ ਬਣਾਈ, ਆਏ ਗਏ ਰਾਹੀ ਨੂੰ ਉੱਥੇ ਜਗ੍ਹਾ ਦਿੰਦਾ ਹੈ, ਨੌਕਰ ਚਾਕਰ ਰੱਖੇ ਨੇ, ਸੇਵਾ ਹੁੰਦੀ, ਬੜਾ ਕੁਝ ਹੁੰਦਾ ਹੈ। ਆਪ ਉਹ ਧਰਮ ਦਾ ਪਹਿਰਾਵਾ ਪਹਿਨਦਾ ਹੈ। ਮੁਸਲਮਾਨ ਵੀਰ ਉਹਨੂੰ ਸੱਜਣ ਸ਼ੇਖ ਕਹਿੰਦੇ ਸਨ, ਦੂਸਰੇ ਉਹਨੂੰ ਸੱਜਣ ਕਹਿੰਦੇ ਸਨ। ਬਹੁਤ ਘੱਟ ਲੋਕ ਹੁੰਦੇ ਨੇ ਸੁਸਾਇਟੀ ਵਿੱਚ ਜਿਹੜੇ ਠੱਗ ਦੀ ਅਸਲੀਅਤ ਜਾਣਦੇ ਹੁੰਦੇ ਨੇ। ਇਉਂ ਕਹਿ ਲਓ ਵੀ 100 ਦੇ ਵਿੱਚੋਂ 2% ਲੋਕ, ਮਸਾਂ ਹੀ, ਇਹ ਵੀ ਜ਼ਿਆਦਾ ਹੋ ਸਕਦੇ ਨੇ। ਉਹਨਾਂ 2% ਲੋਕਾਂ ਦੇ ਵਿੱਚੋਂ ਵੀ ਅੱਧੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਤੇ ਹੁੰਦਾ ਵੀ ਠੱਗੀ ਹੋ ਰਹੀ ਹੈ, ਪਰ ਚੁੱਪ ਕਰਕੇ ਰਹਿੰਦੇ ਨੇ। ਉਹਨਾਂ ਨੂੰ ਲੱਗਦਾ ਵੀ ਅਸੀਂ 2% ਚੋਂ ਵੀ ਥੋੜੇ ਜਿਹੇ ਬੰਦੇ ਆ, 1% ਜਿਹੜੇ ਜਾਣਦੇ ਆ ਵੀ ਇਹ ਠੱਗੀ ਮਾਰ ਰਿਹਾ ਹੈ, ਤੇ ਸਾਡੀ ਜੇ ਅਸੀਂ ਉੱਚੀ ਸਾਰੀ ਕੂਕੇ ਨਾ ਵੀ ਇਹ ਠੱਗ ਹੈ, ਬਾਕੀ 99% ਲੋਕਾਂ ਨੂੰ ਕੌਣ ਸਮਝਾਏਗਾ? ਉਹ ਸਾਨੂੰ ਹੀ ਬੁਰਾ ਭਲਾ ਕਹਿਣਗੇ, ਸਾਡਾ ਹੀ ਨੁਕਸਾਨ ਕਰਨਗੇ ਔਰ ਉਹਦੀ ਫੇਵਰ 'ਚ ਚਲੇ ਜਾਣਗੇ। ਇਸ ਕਰਕੇ ਚੁੱਪ ਰਹੋ। 1% ਲੋਕ ਉਹ ਹੁੰਦੇ ਨੇ ਉਸ 2% ਵਿੱਚੋਂ ਜਿਨ੍ਹਾਂ ਦੇ ਅੰਦਰ ਇਹ ਗੱਲ ਹੁੰਦੀ ਹੈ ਵੀ ਜੋ ਮਰਜ਼ੀ ਹੋਵੇ, ਦੱਸੋ ਤੇ ਸਹੀ, ਹੋ ਸਕਦਾ ਉਹਨਾਂ 98% ਲੋਕਾਂ 'ਚੋਂ ਕੋਈ 2-4 ਜਾਗ ਪੈਣ, ਉਹ ਬਚ ਜਾਣ, ਉਹਨਾਂ ਦਾ ਭਲਾ ਹੋ ਜਾਏ। ਉਹਨਾਂ ਦੇ ਅੰਦਰ ਉਹ ਸੱਚ ਨੂੰ ਜੀਣ ਤੇ ਸੱਚ ਨੂੰ ਕਹਿਣ ਦੀ ਗੱਲ ਜਿਹੜੀ ਹੈ ਉਹ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ। ਉਹ ਬੁਰੇ ਵੀ ਬਣਦੇ ਨੇ ਤੇ ਨੁਕਸਾਨ ਵੀ ਝੱਲਦੇ ਨੇ, ਪਰ ਸੱਚ ਕਹਿ ਜਾਂਦੇ ਨੇ, ਸੱਚ ਕਹਿ ਜਾਂਦੇ ਨੇ। ਕੁਝ ਲੋਕ ਬਚ ਜਾਂਦੇ ਹਨ, ਕੁਝ ਉਹਨਾਂ ਦਾ ਵਿਰੋਧ ਕਰ ਲੈਂਦੇ ਹਨ। ਇਸ ਤਰ੍ਹਾਂ ਦਾ ਕੁਝ ਮਾਹੌਲ ਸਦਾ ਹੀ ਸੰਸਾਰ ਦੇ ਅੰਦਰ ਚੱਲਦਾ ਰਿਹਾ ਹੈ। ਹੁਣ ਕੀ ਹੋਇਆ, ਉਹ ਜਿਹੜੇ ਲੋਕ ਬਹੁਤੇ ਤਾਂ ਜਾਣਦੇ ਹੀ ਨਹੀਂ, ਜਿਹੜੇ ਜਾਣਦੇ ਨੇ ਉਹਨਾਂ ਆਖਿਆ ਮਹਾਰਾਜ ਤੁਸੀਂ ਮਹਾਨ ਪੁਰਖ ਹੋ, ਉਹਦੇ ਕੋਲ ਤੁਸਾਂ ਜਾ ਕੇ ਕੀ ਲੈਣਾ, ਇੱਥੇ ਰੁਕੋ, ਜਿੰਨਾ ਸਮਾਂ ਤੁਸੀਂ ਬਤੀਤ ਕਰਨਾ ਇੱਥੇ ਕਰੋ, ਆਰਾਮ ਕਰਨਾ ਹੈ ਇੱਥੇ ਕਰੋ, ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮਹਾਰਾਜ ਉਹ ਇਨਸਾਨ ਚੰਗਾ ਨਹੀਂ, ਠੱਗ ਹੈ, ਬੇਈਮਾਨ ਹੈ, ਧੋਖੇਬਾਜ਼ ਹੈ। ਜੋ ਬਾਹਰੋਂ ਦੇਖਦਾ ਹੈ ਉਹ ਅੰਦਰੋਂ ਨਹੀਂ, ਔਰ ਜੋ ਉਸਨੇ ਅਡੰਬਰ ਪ੍ਰਪੰਚ ਰਾਚ ਰੱਖਿਆ ਹੈ ਬਾਹਰੀ ਤੌਰ ਉੱਤੇ, ਉਹਦਾ ਸਚਾਈ ਨਾਲ ਕੋਈ ਲੈਣ ਦੇਣ ਨਹੀਂ। ਉਹ ਤਾਂ ਠੱਗੀ ਮਾਰਨ ਦਾ ਇੱਕ ਮਾਇਆ ਜਾਲ ਹੈ, ਇੱਕ ਤਰੀਕਾ ਹੈ। ਬਾਹਰੋਂ ਧਰਮੀ ਵੀ ਬਣ ਕੇ ਵਿਖਾਉਂਦਾ ਹੈ, ਸੇਵਾਦਾਰ ਵੀ ਬਣ ਕੇ ਵਿਖਾਉਂਦਾ ਹੈ, ਇਮਾਨਦਾਰ ਵੀ ਬਣ ਕੇ ਵਿਖਾਉਂਦਾ ਹੈ, ਮਿੱਠ ਬੋਲੜਾ ਵੀ ਬਣ ਕੇ ਵਿਖਾਉਂਦਾ ਹੈ, ਪਰ ਸਤਿਗੁਰੂ ਉਹ ਲੋਕਾਂ ਦੇ ਕਤਲਾਂ ਤੱਕ ਨਾਲ, ਆਪਣੇ ਖੂਨ ਨਾਲ ਆਪਣੇ ਹੱਥ ਰੰਗ ਚੁੱਕੇ। ਪਰ ਇਹ ਗੱਲ ਕਿੰਨੇ ਲੋਕ ਜਾਣਦੇ ਨੇ? ਬਹੁਤ ਘੱਟ। ਗੁਰੂ ਨਾਨਕ ਪਾਤਸ਼ਾਹ ਉਹਨਾਂ ਪ੍ਰੇਮੀਆਂ ਨੂੰ ਉੱਤਰ ਦਿੰਦੇ ਹਨ। ਸਤਿਗੁਰੂ ਕਹਿੰਦੇ ਫਿਰ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਉਹਦੇ ਕੋਲ ਜਾਣਾ, ਫਿਰ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਵੀ ਅਸੀਂ ਉਹਦੇ ਕੋਲ ਜਾਈਏ, ਫਿਰ ਤਾਂ ਉਹਨੂੰ ਸਾਡੀ ਹੋਰ ਵੀ ਜ਼ਿਆਦਾ ਲੋੜ ਹੈ। ਅੰਦਾਜ਼ਾ ਲਾਓ, ਜੇ ਤਾਂ ਸੱਚਮੁੱਚ ਮਨੁੱਖ ਧਰਮੀ ਹੈ ਨਾ, ਜੇ ਅੰਦਰੋਂ ਉਹ ਆਪਣੇ ਅਸੂਲ ਉੱਤੇ ਕਾਇਮ ਹੈ, ਕਿੰਨੇ ਵੀ ਬੁਰੇ ਆਦਮੀ ਕੋਲ ਬਹਿ ਜਾਏ ਉਹਨੂੰ ਕੋਈ ਨੁਕਸਾਨ ਨਹੀਂ। ਅਸੀਂ ਲੋਕ ਸ਼ੱਕ ਕਰਦੇ ਹਾਂ ਕਈ ਵਾਰ, ਉਹ ਵੇਖੋ ਧਾਰਮਿਕ ਬੰਦਾ ਸ਼ਰਾਬੀ ਕੋਲ ਖੜਾ ਹੈ, ਮੁਆਫ ਕਰਨਾ, ਜੇ ਉਹ ਧਾਰਮਿਕ ਹੈ ਤੇ ਉਹਨੂੰ ਕੋਈ ਖਤਰਾ ਨਹੀਂ, ਚਿੰਤਾ ਨਾ ਕਰੋ, ਚਿੰਤਾ ਨਾ ਕਰੋ। ਤੁਸੀਂ ਏਡਾ ਕੱਚਾ ਵੀ ਨਹੀਂ ਹੈ ਉਹਦਾ ਧਰਮ ਵੀ ਟੁੱਟ ਜਾਏ। ਜੇ ਟੁੱਟ ਹੀ ਜਾਣਾ ਹੈ ਉਹਨੇ ਤੇ ਫਿਰ ਵੀ ਤੁਹਾਨੂੰ ਚਿੰਤਾ ਦੀ ਲੋੜ ਨਹੀਂ।
ਚੋਰੀ ਵੀ ਟੁੱਟਣਾ ਹੀ ਹੈ, ਸਾਹਮਣੇ ਟੁੱਟ ਜਾਏਗਾ ਤੇ ਕੀ ਆਫਤ ਆ ਜਾਏਗੀ। ਸਾਡੇ ਵਿੱਚ ਬੜੀਆਂ ਐਸੀਆਂ ਗੱਲਾਂ ਹਨ, ਜਿਹੜਾ ਮਨੁੱਖ ਸੱਚ ਤੇ ਅਸੂਲ ਨਾਲ ਜੁੜਿਆ ਹੋਇਆ ਹੈ, ਅਸੀਂ ਜਿੰਨੀਆਂ ਵੀ ਪਾਬੰਦੀਆਂ ਥੋਪਦੇ ਹਾਂ ਉਹਦੇ ਉੱਤੇ ਥੋਪਦੇ ਹਾਂ। ਪਤਾ ਨਹੀਂ ਕਿਉਂ, ਕਿ ਸਾਨੂੰ ਉਹਦੇ ਸੱਚ ਤੇ ਯਕੀਨ ਨਹੀਂ, ਸਾਨੂੰ ਉਹਦੇ ਅਸੂਲ ਉੱਤੇ ਯਕੀਨ ਨਹੀਂ। ਤੇ ਜੇ ਯਕੀਨ ਹੀ ਨਹੀਂ ਤੇ ਤੁਸੀਂ ਉਹਨੂੰ ਧਾਰਮਿਕ ਮੰਨਦੇ ਹੀ ਕਿਉਂ ਹੋ? ਛੱਡ ਦਿਓ ਖਹਿੜਾ ਉਹਦੇ ਧਰਮ ਦਾ, ਉਹਦੇ ਅਸੂਲ ਦਾ। ਜੇ ਤੁਹਾਨੂੰ ਲੱਗਦਾ ਵੀ ਇਹ ਕੱਚਾ ਹੈ ਤੇ ਉਹਦੀ ਗੱਲ ਹੀ ਕਾਹਨੂੰ ਕਰਦੇ ਹੋ ਤੁਸੀਂ? ਸ਼ਾਇਦ ਸਾਡੇ ਵਰਗੇ ਲੋਕ ਉਦੋਂ ਵੀ ਬੜੇ ਹੋਣਗੇ ਜਿਨ੍ਹਾਂ ਗੁਰੂ ਨਾਨਕ ਮਹਾਰਾਜ ਤੇ ਸ਼ਰਤਾਂ ਤੇ ਪਾਬੰਦੀਆਂ ਤੇ ਕੰਡੀਸ਼ਨਾਂ ਤੇ ਇਹ ਗੱਲਾਂ ਸਮਝਾਉਣ ਦੀ। ਮਹਾਰਾਜ ਤੁਸੀਂ ਧਾਰਮਿਕ ਬੰਦੇ, ਚੋਰਾਂ ਠੱਗਾਂ ਨਾਲ ਤੁਹਾਡੀ ਕੀ ਗੱਲ? ਤੁਹਾਨੂੰ ਕੀ ਲੋੜ ਹੈ ਉੱਥੇ ਜਾਣ ਦੀ? ਪਰ ਮੁਆਫ ਕਰਨਾ, ਧਾਰਮਿਕ ਬੰਦੇ ਦੀ ਤਾਂ ਉਹਨਾਂ ਨੂੰ ਸਗੋਂ ਹੋਰ ਜ਼ਰੂਰਤ ਪੈ ਗਈ। ਉਹਦਾ ਤੇ ਜਾਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਵੀ ਉਹ ਉੱਥੇ ਜਾਵੇ, ਉਹਨਾਂ ਦੇ ਕੋਲ ਬੈਠੇ। ਅਸੀਂ ਡਰਦੇ ਹਾਂ, ਹਾਏ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਹੋ ਸਕਦਾ, ਬਾਸ਼ਰਤੇ ਵੀ ਤੁਸੀਂ ਅੰਦਰੋਂ ਗੁਰੂ ਨਾਲ, ਅਕਾਲ ਪੁਰਖ ਨਾਲ ਪੂਰੀ ਤਰ੍ਹਾਂ ਨਾਲ ਪ੍ਰੇਮ ਰੱਖਦੇ ਹੋ ਤੇ ਅਸੂਲ ਦੇ ਪਾਬੰਦ ਹੋ, ਧਰਮ 'ਚ ਪੱਕੇ ਹੋ, ਤਾਂ ਤੁਸੀਂ ਨਹੀਂ ਡੋਲ ਸਕਦੇ। ਜ਼ਾਲਮਾਂ ਦੀ ਕਚਹਿਰੀ ਵਿੱਚ ਖਲੋਤਿਆਂ ਹੋਇਆਂ ਵੀ ਸਾਡੇ ਮਹਾਨ ਬਜ਼ੁਰਗਾਂ ਨੇ ਆਪਣਾ ਅਸੂਲ ਪਾਲਿਆ। ਤੁਸੀਂ ਵੇਖੋ, ਕਿਉਂਕਿ ਪਕਿਆਈ ਹੈ ਅੰਦਰ, ਦ੍ਰਿੜਤਾ ਹੈ ਅੰਦਰ, ਪਰਪੱਕਤਾ ਹੈ ਅੰਦਰ। ਅਸੀਂ ਕਿਸੇ ਨਾਲ ਬੈਠਣ ਤੋਂ ਵੀ ਝਿਜਕਦੇ ਹਾਂ, ਡਰਦੇ ਹਾਂ, ਦੂਰ ਭੱਜਦੇ ਹਾਂ, ਹਾਏ ਸਾਡੇ ਧਰਮ ਨੂੰ। ਇਹਦਾ ਮਤਲਬ ਅਸੀਂ ਆਪਣੇ ਬਾਰੇ ਜਾਣਦੇ ਹਾਂ ਵੀ ਸਾਡੇ 'ਚ ਬਹੁਤੀ ਕੋਈ ਗੱਲ ਹੈ ਨਹੀਂ, ਵਿਖਾਵਾ ਹੀ ਹੈ, ਐਵੇਂ ਕਾਹਨੂੰ। ਇਹਦਾ ਮਤਲਬ ਅਸੀਂ ਆਪਣੀ ਕਚਿਆਈ ਬਾਰੇ ਅਵੇਅਰ ਇੰਨਾ ਕਿ ਤਾਂ ਸਾਨੂੰ ਪਤਾ ਹੀ ਹੈ ਵੀ ਸਾਡੇ ਤੋਂ ਨਿਭ ਨਹੀਂ ਹੋਣੀ। ਬੜੀ ਵੱਡੀ ਗੱਲ ਹੈ ਧੰਨ ਗੁਰੂ ਨਾਨਕ ਮਹਾਰਾਜ ਦੇ ਇਸ ਮਹਾਨ ਜੀਵਨ ਦੇ ਵਿੱਚ, ਬਹੁਤ ਵੱਡੀ ਗੱਲ। ਸਤਿਗੁਰੂ ਉਸ ਜਗ੍ਹਾ ਤੇ ਜਾਂਦੇ ਨੇ, ਉਪਦੇਸ਼ ਦਿੰਦੇ ਨੇ। ਖੈਰ, ਮੈਂ ਇਸ ਵਿਸ਼ੇ ਦੀ ਸਮਾਪਤੀ ਵੱਲ ਆਵਾਂ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਉੱਥੇ ਗੱਲ ਕਹੀ, ਸੂਹੀ ਰਾਗ ਵਿੱਚ ਉਹ ਸ਼ਬਦ ਹੈ ਜਿਹੜਾ ਗਾਇਆ, ਉਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਪਾਤਸ਼ਾਹ ਕਹਿਣ ਲੱਗੇ ਵੀ ਤੇਰਾ ਨਾਮ ਬਹੁਤ ਸੋਹਣਾ ਹੈ ਸੱਜਣ। ਸਤਿਗੁਰੂ ਨੇ ਦੂਸਰੀ ਗੱਲ ਆਖੀ ਵੀ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਹਰ ਵੇਲੇ ਨਾਲ ਨਿਭਣ ਵਾਲੇ ਹੋਣ, ਚੰਗੇ ਹੋਣ, ਔਖੇ ਵੇਲੇ ਵੀ ਕੋਲ ਖਲੋਤੇ ਹੋਣ, ਹਰ ਵੇਲੇ ਤੁਹਾਡੇ ਮਦਦਗਾਰ ਹੋਣ ਤੇ ਤੁਹਾਨੂੰ ਉਹਨਾਂ ਤੇ ਮਾਣ ਹੋਵੇ ਵੀ ਇਹਨਾਂ ਵੱਲੋਂ ਸਾਨੂੰ ਕੋਈ ਤਕਲੀਫ ਨਹੀਂ ਹੋ ਸਕਦੀ। ਜਿਹਦੇ ਵੱਲੋਂ ਤਕਲੀਫ ਹੈ ਉਹ ਸੱਜਣ ਥੋੜਾ ਹੋਇਆ, ਉਹ ਤੇ ਦੁਸ਼ਮਣ ਹੋਇਆ। ਨਾਮ ਤੂੰ ਸੱਜਣ ਰੱਖਿਆ, ਪਰ ਜੇ ਤੇਰੇ ਵੱਲੋਂ ਲੋਕਾਂ ਨੂੰ ਤਕਲੀਫ ਹੀ ਮਿਲਣੀ ਹੈ ਤੇ ਇਹ ਤਾਂ ਤੇਰੇ ਨਾਮ ਦੀ ਸਭ ਤੋਂ ਵੱਡੀ ਬੇਰੁਮਤੀ ਹੋਈ। ਤੇਰੇ ਨਾਮ ਨਾਲ ਤੇਰਾ ਕਿਰਦਾਰ ਤਾਂ ਮਿਲਦਾ ਹੀ ਨਹੀਂ। ਦੂਸਰੀ ਗੱਲ ਇਹ, ਪਾਤਸ਼ਾਹ ਨੇ ਆਖਿਆ ਵੀ ਜੀਵਨ ਵਿੱਚ ਸਾਥੀ ਵੀ ਉਹਨਾਂ ਆਦਤਾਂ ਨੂੰ ਬਣਾਈਏ, ਉਹਨਾਂ ਵਿਚਾਰਾਂ ਨੂੰ ਸਾਥੀ ਬਣਾਈਏ, ਉਹਨਾਂ ਗੁਣਾਂ ਨੂੰ ਮਿੱਤਰ ਬਣਾਈਏ ਜਿਹੜੇ ਦੁੱਖ ਵੇਲੇ ਵੀ ਕੂਕ ਕੇ ਸਾਡੇ ਕੋਲ ਖਲੋਤੇ ਹੋਏ ਸਾਡੇ ਸਿਦਕ ਦੀ ਗਵਾਹੀ ਦੇਣ। ਮੁਆਫ ਕਰਨਾ, ਸਾਹਿਬਜ਼ਾਦਿਆਂ ਦੀ ਮਹਾਨ ਸਚਾਈ ਦੀ ਗਵਾਹੀ ਅਸੀਂ ਤਾਂ ਮਗਰੋਂ ਦੇਣ ਲੱਗੇ ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਇਤਿਹਾਸਕਾਰਾਂ ਨੇ ਲਿਖਿਆ, ਬੋਲਣ ਵਾਲਿਆਂ ਨੇ ਬੋਲਿਆ, ਆਪਾਂ ਸਾਰਿਆਂ ਸੁਣਿਆ ਤੇ ਅਸੀਂ ਤੇ ਗਵਾਹੀਆਂ ਹੁਣ ਦੇਣ ਲੱਗੇ। ਜਦੋਂ ਕਚਹਿਰੀ ਵਿੱਚ ਖੜੇ ਸਨ, ਉਹਨਾਂ ਦੇ ਸੱਚੇ ਹੋਣ ਦੀ ਗਵਾਹੀ ਕਿੰਨੇ ਭਰੀ ਉਸ ਜਗ੍ਹਾ ਦੇ ਉੱਤੇ? ਕੋਈ ਵੀ ਨਹੀਂ ਸੀ, ਸਿਵਾਏ ਉਹਨਾਂ ਦੇ ਗੁਣਾਂ ਤੋਂ, ਉਹਨਾਂ ਦੇ ਯਕੀਨ ਤੇ ਉਹਨਾਂ ਦੇ ਭਰੋਸੇ ਤੋਂ, ਉਹਨਾਂ ਦੇ ਉੱਚੇ ਸੁੱਚੇ ਕਿਰਦਾਰ ਤੋਂ ਕੋਈ ਦੂਸਰਾ ਗਵਾਹ ਉਹਨਾਂ ਕੋਲ ਮੌਜੂਦ ਨਹੀਂ ਸੀ। ਗੁਰੂ ਨੇ ਤਾਈਓ ਆਖਿਆ ਨਾ, ਤੇਰਾ ਕਰਮ ਹੀ ਤੇਰਾ ਸਭ ਤੋਂ ਵੱਡਾ ਗਵਾਹ ਹੈ। ਤੇ ਜਿੱਥੇ ਲੋੜ ਹੋਏਗੀ ਨਾ ਉੱਥੇ ਸੰਸਾਰ ਦੇ ਬੰਦੇ ਮੌਜੂਦ ਨਹੀਂ ਹੋਣਗੇ, ਭਾਵੇਂ ਵੀ ਮੈਂ ਤੁਹਾਡੇ ਹੱਕ 'ਚ ਗਵਾਹੀ ਦਿਆਂ, ਤੁਸੀਂ ਮੇਰੇ ਹੱਕ 'ਚ, ਕੋਈ ਜ਼ਰੂਰੀ ਨਹੀਂ। ਉੱਥੇ ਮੇਰਾ ਕਰਮ ਮੇਰਾ ਸਭ ਤੋਂ ਵੱਡਾ ਗਵਾਹ ਹੈ, ਮੇਰਾ ਕਿਰਦਾਰ ਮੇਰਾ ਸਭ ਤੋਂ ਵੱਡਾ ਗਵਾਹ ਹੈ, ਜਿਹਨੇ ਮੇਰੇ ਹੱਕ 'ਚ ਕੂਕ ਕੇ ਆਖਣਾ ਇਹ ਸੱਚਾ ਹੈ। ਬਾਕੀ ਦੁਨੀਆ ਤਾਂ ਮਗਰੋਂ ਜਾਣਨ ਲੱਗਦੀ ਏ ਵੀ ਇਹ ਬੰਦਾ ਕਿੰਨਾ ਕੁ ਸੱਚਾ ਤੇ ਖਰਾ ਹੈ, ਪਰ ਉਸ ਵੇਲੇ ਉਹਦਾ ਕਰਮ, ਉਹਦਾ ਸੁਭਾਅ ਤੇ ਉਹਦਾ ਕਿਰਦਾਰ ਉਹਦੀ ਗਵਾਹੀ ਭਰਦਾ, ਉਹ ਸਭ ਤੋਂ ਵੱਡਾ ਸਰਟੀਫਿਕੇਟ ਹੈ। ਉਸ ਵੇਲੇ ਕੋਈ ਦੁਨੀਆ ਦੇ ਬਹੁਤੇ ਸਿਆਣੇ ਫਿਲਾਸਫਰ ਕੋਲ ਨਹੀਂ ਖਲੋਤੇ ਹੁੰਦੇ ਜਿਹੜੇ ਫੈਸਲਾ ਕਰਕੇ ਦੇਣ ਵੀ ਇਹ ਸੱਚਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਮਨੁੱਖ ਹਮੇਸ਼ਾ ਇਸ ਸੰਸਾਰ ਵਿੱਚ ਅਸੂਲ, ਸੱਚ ਤੇ ਧਰਮ ਨੂੰ ਆਪਣਾ ਮਿੱਤਰ ਬਣਾ ਕੇ, ਗੁਣਾਂ ਨੂੰ ਮਿੱਤਰ ਬਣਾ ਕੇ ਜੀਵਨ ਜਿਉਂਦੇ ਨੇ। ਇਸ ਕਰਕੇ ਉਹ ਪਾਪਾਂ ਦੇ ਭਾਰ ਨਹੀਂ ਚੁੱਕਦੇ ਤੇ ਡੁੱਬਦੇ ਵੀ ਨਹੀਂ।
ਤੇ ਜਿਹੜੇ ਵਿਕਾਰਾਂ ਤੇ ਐਸ਼ ਪ੍ਰਸਤੀਆਂ 'ਚ ਜ਼ਿੰਦਗੀ ਔਗਣਾਂ 'ਚ ਜਿਉਂਦੇ ਨੇ, ਸਮਝੋ ਉਹ ਨਰਕ ਵਿੱਚ ਪਏ ਹੋਏ ਨੇ। ਤੇ ਉਹਨਾਂ ਵਾਸਤੇ ਨਰਕ ਨਹੀਂ, ਜਿਹੜੇ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜਿਉਣ ਤੇ ਸਾਧ ਸੰਗ, ਗੁਰੂ ਦੀ ਸੰਗਤ ਦਾ ਆਨੰਦ ਮਾਣ ਲੈਣ, ਗੁਰੂ ਦੀ ਨੇੜਤਾ ਮਾਣ ਲੈਣ, ਉਹ ਨਰਕ ਨਾ ਹੈ, ਉਹ ਨਰਕਾਂ ਵਿੱਚ ਨਹੀਂ ਪੈਂਦੇ। ਪਾਤਸ਼ਾਹ ਆਰੰਭ ਦੀ ਪੰਕਤੀ ਵਿੱਚ ਕਹਿੰਦੇ, ਨਾਨਕ ਨਾਮ ਨਾਮ ਜਪ ਜਪਿਆ। ਇਹ ਨਾਨਕ ਜਿਨ੍ਹਾਂ ਨੇ ਆਪਣੇ ਜੀਵਨ ਦੀ ਕਿਰਤਕਾਰ ਕਰਦਿਆਂ ਅੰਤਰ ਬਾਹਰ ਰੰਗ, ਅੰਦਰ ਬਾਹਰ ਭਾਵ ਬਾਹਰੀ ਵਿਹਾਰ ਕਰਦਿਆਂ ਹੋਇਆਂ ਤੇ ਆਪਣੇ ਮਾਨਸਿਕ ਤੌਰ ਉਤੇ ਤਲ ਉਤੇ ਵਿਚਰਦਿਆਂ ਹੋਇਆਂ, ਧਰਮ ਦੀ ਕਿਰਤ ਕਰਦਿਆਂ ਹੋਇਆਂ, ਜੀਵਨ ਨਿਰਵਾਹ ਕਰਦਿਆਂ ਹਰ ਜਗ੍ਹਾ ਤੇ ਜਿਹੜੇ ਅਕਾਲ ਪੁਰਖ ਦੇ ਪਿਆਰ ਵਿੱਚ ਰੱਤੇ ਰਹਿੰਦੇ, ਉਹਦੇ ਪਿਆਰ ਦਾ ਅਹਿਸਾਸ ਤੇ ਨੇੜਤਾ ਮਾਣਦੇ ਨੇ ਤੇ ਕੇਵਲ ਉਸ ਕਰਤੇ ਦੇ ਨਾਮ ਤੇ ਯਾਦ ਵਿੱਚ ਜੁੜੇ ਹਨ। ਪੌੜੀ ਵਿੱਚ ਆਖਦੇ ਹਨ, ਨੰਨਾ ਨਰਕ ਪਰੈ ਤੇ ਨਾਹੀ। ਸਤਿਗੁਰੂ ਆਖਦੇ ਨੇ, ਉਹ ਜੀਵ ਵਿਕਾਰਾਂ ਦੇ ਨਰਕ ਵਿੱਚ ਨਹੀਂ ਡਿੱਗਦੇ। ਜਾ ਕੇ ਮਨ ਤਨ ਨਾਮ ਵਸਾਹੀ, ਜਿਨ੍ਹਾਂ ਦੇ ਮਨ ਵਿੱਚ, ਤਨ ਵਿੱਚ, ਭਾਵ ਜਿਨ੍ਹਾਂ ਦੇ ਜੀਵਨ ਵਿੱਚ ਨੱਕੋ ਨੱਕ ਅਕਾਲ ਪੁਰਖ ਦਾ ਨਾਮ ਵਸਿਆ ਹੋਇਆ ਹੈ। ਨਾਮ ਨਿਧਾਨ ਗੁਰਮੁਖ ਜੋ ਜਪਤੇ, ਜਿਹੜੇ ਗੁਰੂ ਦੇ ਰਾਹੀਂ, ਗੁਰੂ ਦੇ ਉਪਦੇਸ਼ ਤੇ ਮਤ ਮੁਤਾਬਕ ਗੁਰ ਮਤ ਨਾਲ ਜੁੜ ਕੇ ਅਕਾਲ ਪੁਰਖ ਦੇ ਨਾਮ ਨੂੰ, ਗੁਣਾਂ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਕਰ ਲੈਂਦੇ ਹਨ। ਜਪਣ ਦਾ ਅਰਥ ਹੈ ਦ੍ਰਿੜ ਕਰਨਾ। ਜਪ ਬਾਣੀ ਆਪਾਂ ਪੜ੍ਹਦੇ ਹਾਂ, ਜਪ ਦਾ ਅਰਥ ਹੈ ਦ੍ਰਿੜ ਕਰੋ, ਪੱਕਾ ਕਰ ਲਓ, ਵਸਾ ਲਓ ਆਪਣੇ ਹਿਰਦੇ ਅੰਦਰ। ਵੇਖ ਮਾਇਆ ਮਹਿ ਨਾ ਓਏ ਖਪਤੇ, ਮਾਇਆ ਰੂਪੀ ਜ਼ਹਿਰ ਵਿੱਚ, ਵਿਸ਼ੇ ਵਿਕਾਰਾਂ ਦੇ ਜ਼ਹਿਰ ਵਿੱਚ ਉਹ ਖਪਦੇ ਨਹੀਂ। ਨਾ ਉਹ ਈਰਖਾ ਵਿੱਚ ਖਪਦੇ ਨੇ, ਖਤਮ ਹੁੰਦੇ ਨੇ, ਆਤਮਕ ਮੌਤੇ ਮਰਦੇ ਨੇ, ਨਾ ਉਹ ਲੋਭ ਲਾਲਚ ਦੇ ਜ਼ਹਿਰ ਵਿੱਚ ਆਤਮਕ ਮੌਤੇ ਮਰਦੇ ਨੇ। ਇਸ ਜ਼ਹਿਰ ਵਿੱਚ ਜਿੱਥੇ ਵਿਕਾਰੀ ਖਪ ਜਾਂਦਾ ਹੈ, ਉਹ ਨਹੀਂ ਖਪਦੇ, ਉਹ ਨਹੀਂ ਮਰਦੇ, ਉਹ ਇਸ ਸਿਚੁਏਸ਼ਨ ਵਿੱਚੋਂ ਬਾਹਰ ਰਹਿੰਦੇ ਹਨ। ਔਰ ਪਾਤਸ਼ਾਹ ਕਹਿੰਦੇ, ਨੰਨਾ ਕਾਰ ਨਾ ਹੋਤਾ ਤਾ ਕਹੋ, ਉਹਨਾਂ ਦੇ ਆਤਮਕ ਮਾਨਸਿਕ ਸਫਲ ਜੀਵਨ ਦੇ ਪੈਂਡੇ ਵਿੱਚ ਕੋਈ ਰੁਕਾਵਟ ਨਹੀਂ। ਸਾਡੇ ਬੇਸ਼ੁਮਾਰ ਰੁਕਾਵਟਾਂ ਹਨ, ਸਾਡੇ ਜੀਵਨ 'ਚ ਰੁਕਾਵਟਾਂ ਹੀ ਰੁਕਾਵਟਾਂ, ਜਿਨ੍ਹਾਂ ਨਾਲ ਅਸੀਂ ਦੋ ਚਾਰ ਹੁੰਦੇ ਹੀ ਰਹਿੰਦੇ ਹਾਂ। ਉਹਨਾਂ ਦੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਹੈ, ਬੜੇ ਸਹਿਜ ਵਿੱਚ, ਬੜੇ ਟਿਕਾਅ ਵਿੱਚ ਹਨ ਔਰ ਆਪਣੇ ਜੀਵਨ ਦਾ ਸਹੀ ਮਾਇਨਿਆਂ ਵਿੱਚ ਉਹ ਆਨੰਦ ਮਾਣਦੇ ਨੇ, ਸੁਖ ਭੋਗਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਨੂੰ ਜੀਣਾ ਸਿੱਖ ਲਿਆ। ਉਹਨਾਂ ਨੂੰ ਆਪਣੇ ਜੀਵਨ ਦੀ ਕਦਰ ਕੀਮਤ ਸਮਝ ਵਿੱਚ ਆ ਗਈ। ਗੁਰੂ ਮਹਾਰਾਜ ਕਹਿੰਦੇ ਨੇ, ਨਾਮ ਮੰਤਰ ਗੁਰ ਦੀਨੋ ਜਾਕੋ, ਜਿਨ੍ਹਾਂ ਨੂੰ ਗੁਰੂ ਨੇ ਨਾਮ ਰੂਪੀ ਉਪਦੇਸ਼ ਦੇ ਦਿੱਤਾ ਹੈ। ਮੰਤਰ ਦਾ ਅਰਥ ਕੋਈ ਇਹ ਨਾ ਸਮਝਣਾ ਕਿ ਜਿਵੇਂ ਅਸੀਂ ਅਖੌਤੀ ਧਾਰਮਿਕ ਲੋਕਾਂ ਨੇ ਮੰਤਰ ਦੇਣੇ ਸ਼ੁਰੂ ਕਰ ਕਾਗਜ਼ਾਂ ਤੇ ਲਿਖ ਕੇ ਤਾਵੀਜ਼ ਦੇ ਦਿੱਤੇ, ਕਾਗਜ਼ਾਂ ਤੇ ਕੁਝ ਨਾ ਕੁਝ ਊਲ ਜਲੂਲ ਲਿਖ ਕੇ ਦੇ ਦਿੱਤਾ ਤੇ ਰੱਬ ਦੇ ਨਾਮ ਵੀ ਲਿਖ ਕੇ ਲੋਕ ਪੈਸੇ ਬਟੋਰ ਰਹੇ ਨੇ। ਰੱਬ ਦਾ ਨਾਮ ਹੀ ਲਿਖ ਕੇ ਨਾ ਕਾਗਜ਼ ਤੇ ਦੇ ਦਿੰਦੇ ਨੇ, ਪੈਸੇ ਲੈ ਲੈਂਦੇ ਨੇ। ਉਹਨਾਂ ਨੂੰ ਤਾਂ ਮਹਾਰਾਜ ਨੇ ਬਾਣੀ 'ਚ ਇਹ ਵੀ ਕਿਹਾ, ਧ੍ਰਿਗ ਤਿਨਾ ਕਾ ਜੀਵਿਆ ਜੇ ਲੇਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਉ। ਜਿਹੜੇ ਰੱਬ ਦੇ ਨਾਮ ਦਾ ਹੀ ਸੌਦਾ ਕਰਨ ਲੱਗ ਪਏ, ਜਿਨ੍ਹਾਂ ਦੀ ਖੇਤੀ ਉਜੜ ਗਈ, ਉਹਨਾਂ ਨੇ ਖਲਿਆਣ ਕਾਹਦਾ ਪਾਉਣਾ? ਉਹਨਾਂ ਦੇ ਘਰ ਕੀ ਹੋਣਾ ਜਿਨ੍ਹਾਂ ਦੀ ਖੇਤੀ ਪਹਿਲਾਂ ਹੀ ਤਬਾਹ ਹੋ ਗਈ? ਜਿਨ੍ਹਾਂ ਨੇ ਸੌਦਾ ਹੀ ਕਰ ਲਿਆ, ਉਹਨਾਂ ਨੇ ਬਾਕੀ ਕੀ ਕੱਢਣਾ ਉਹਦੇ ਵਿੱਚੋਂ? ਤੋ ਪਾਤਸ਼ਾਹ ਕਹਿੰਦੇ ਨੇ, ਨਿਧ ਨਿਧਾਨ ਹਰ ਅੰਮ੍ਰਿਤ ਪੂਰੇ, ਨਾਮ ਰੂਪੀ ਖਜ਼ਾਨਾ, ਰੱਬੀ ਗੁਣਾਂ ਦਾ ਖਜ਼ਾਨੇ ਦੇ ਵਿੱਚ ਉਹ ਪਰਿਪੂਰਨ ਹਨ। ਉਹਨਾਂ ਦਾ ਮਨ ਉਸ ਖਜ਼ਾਨੇ ਨਾਲ ਭਰਿਆ ਪਿਆ ਹੈ। ਸਤਿਗੁਰੂ ਕਹਿੰਦੇ, ਤਹ ਬਾਜੇ ਨਾਨਕ ਅਨਹਦ ਤੂਰੇ। ਅਨਹਦ ਦਾ ਮਤਲਬ ਹੁੰਦਾ ਹੈ ਜਿਸ ਦੀ ਹੱਦ ਨਹੀਂ, ਲਿਮਟ ਨਹੀਂ। ਉਹ ਤਾਲ, ਉਹ ਨਾਦ, ਉਹ ਸੰਗੀਤ ਜਿਹੜਾ ਬਿਨਾਂ ਕਿਸੇ ਹੱਦ ਤੋਂ ਰੈਗੂਲਰ, ਲਗਾਤਾਰ ਚੱਲੀ ਜਾ ਰਿਹਾ ਹੈ। ਭਾਵ ਉਹ ਅਕਾਲ ਪੁਰਖ ਦੇ ਨਾਮ, ਉਹਦੇ ਹੁਕਮ ਦੀ ਧੁਨੀ ਵਿੱਚ ਸਦਾ ਜਿਉਂਦੇ ਹਨ। ਗੁਰੂ ਨਾਨਕ ਮਹਾਰਾਜ ਨੇ ਜਿਹੜਾ ਸ਼ਬਦ ਉਚਾਰਿਆ ਹੈ, ਗਗਨ ਮੈ ਥਾਲ ਰਵ ਚੰਦ, ਉਹਦੇ ਵਿੱਚ ਇੱਕ ਸ਼ਬਦ ਵਰਤਦੇ ਨੇ, ਅਨਹਤਾ ਸ਼ਬਦ ਵਾ ਜੰਤ ਭੇਰੀ। ਕਹਿੰਦੇ ਇਹ ਭੇਰੀਆਂ ਤੇ ਨਰਸਿੰਗੇ ਵਜਾ ਕੇ ਤੁਸੀਂ ਆਰਤੀ ਕਰਕੇ ਕਹਿੰਦੇ ਅਸੀਂ ਰੱਬ ਦੀ ਪੂਜਾ ਕਰ ਰਹੇ ਹਾਂ। ਕਦੇ ਮਹਿਸੂਸ ਕੀਤਾ ਅਕਾਲ ਪੁਰਖ ਦੇ ਹੁਕਮ ਦੀ ਭੇਰੀ ਸਦਾ ਹੀ ਨਾਦ ਗੂੰਜ ਹੀ ਰਿਹਾ, ਉਹ ਕਦੇ ਬੰਦ ਨਹੀਂ ਹੁੰਦਾ। ਉਹਦਾ ਹੁਕਮ ਰੈਗੂਲਰ ਸਾਰੇ ਜੀਵਾਂ ਦੇ ਵਿੱਚ ਆਪਣਾ ਕੰਮ ਕਰ ਰਿਹਾ। ਉਹ ਹੁਕਮ ਰੂਪੀ ਨਾਦ ਨੂੰ ਸੁਣਨ ਦੀ, ਉਸ ਹੁਕਮ ਰੂਪੀ ਨਾਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, ਜਿਸ ਨੇ ਤੁਹਾਡੇ ਜੀਵਨ ਵਿੱਚ ਪਲਟਾ ਲੈ ਕੇ ਆਉਣਾ।
ਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਲਈ ਅਕਾਲ ਪੁਰਖ ਦੇ ਹੁਕਮ ਰੂਪੀ ਰੱਬੀ ਗੁਣਾ ਰੂਪੀ ਨਾਦ ਜਿਨ੍ਹਾਂ ਦੀ ਕੋਈ ਹੱਦ ਨਹੀਂ ਸਦਾ ਹੀ ਗੂੰਜਦੇ ਰਹਿੰਦੇ ਹਨ ਔਰ ਉਹ ਸਦਾ ਉਸ ਦਾ ਆਨੰਦ ਮਾਣਦੇ ਹਨ। ਸਤਿਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ। ਇਹਨਾਂ ਪਾਵਨ ਪੰਕਤੀਆਂ ਵਿੱਚ ਸਤਿਗੁਰਾਂ ਦਾ ਜੋ ਉਪਦੇਸ਼ ਹੈ ਅਸੀਂ ਇਹਨੂੰ ਆਪਣੇ ਜੀਵਨ ਵਿੱਚ ਵਸਾ ਕੇ ਜੀ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।